ਵਾਹਿਗੁਰੂ ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। दीन दयाल कृपाल सुख सागर सर्ब कटा पर पूरी रे। पेखत सुनत सदा है संगे मैं मूर्ख जान्या दूरी रे। हर बेअंत हो मित कर वरनो क्या जानो होए कैसो रे। करो बेनती सतगुर अपने मैं मूर्ख देओ उपदेसो रे। मैं मूर्ख की केतक बात है कोट पराधी तरिया रे। गुरु नानक जिन सुनिया पेखिया से फिर गरबास न परया रे। गुरु नानक जिन सुनिया पेखिया से फिर गरबास न परया रे। माज महला तीजा। इस गुफा में अखुट भंडारा तिस विच वसे हर अलख अपारा। आपे गुप्त प्रगट है आपे गुर सबदी आप वंजावनिया। हो वारी जियो वारी अमृत नाम मन वसावनिया। अमृत नाम महारस मीठा गुरमति अमृत पियावनिया रहाओ। होमे मार बजर कपाट खुलाया नाम अमोलक गुर प्रसादी पाया। बिन सबदे नाम न पाए कोई गुर कृपा मन वसावनिया। गुर ज्ञान अंजन सच नेत्री पाया। अंतर चानन अज्ञान अंधेर गवाया। ज्योति जोत मिली मन मानिया हर दर शोभा पावनिया। शरीरों भालन को बाहर जाए नाम ना लहे बहुत बेगार दुख पाए। मन मुख अंधे सूझे नाही फिर किर आए गुरमुख वथ पावनिया। गुर प्रसादी सच्चा हर पाए मन तन वेखे होमे मैल जाए। बैस सुथान सद हर गुण गावे सच्चे शब्द समावनिया। नौ दर ठाके तावत रहाए दसवें निज कर वासा पाए। ओथे अनहद शब्द वजे दिन राती
ਗੁਰਮਤੀ ਸ਼ਬਦ ਸੁਨਾਵਣਿਆ। ਬਿਨ ਸ਼ਬਦੇ ਅੰਤਰ ਅਨੇਰਾ, ਨਾ ਵਸਤ ਲਹੇ ਨਾ ਚੁਕੇ ਫੇਰਾ। ਸਤਿਗੁਰ ਹੱਥ ਕੂੰਜੀ ਹੋਰਤ ਦਰ ਖੁੱਲੇ ਨਾਹੀ। ਗੁਰ ਪੂਰੇ ਭਾਗ ਮਿਲਾਵਣਿਆ। ਗੁਪਤ ਪ੍ਰਗਟ ਤੂੰ ਸਭਨੀ ਥਾਈ। ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਨਾਨਕ ਨਾਮ ਸਲਾਹ ਸਦਾ ਤੂੰ। ਗੁਰਮੁਖ ਮਨ ਵਸਾਵਣਿਆ। ਨਾਨਕ ਨਾਮ ਸਲਾਹ ਸਦਾ ਤੂੰ। ਗੁਰਮੁਖ ਨਾਮ ਗੁਰਮੁਖ ਮਨ ਵਸਾਵਣਿਆ। ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਦੀ ਗੋਦ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਬੜੀ ਵਡਭਾਗੀ ਹੋ ਜੋ ਗੁਰੂ ਗ੍ਰੰਥ ਸਾਹਿਬ ਜੀ ਆਪਾਂ ਨੂੰ ਇੱਥੇ ਅੱਜ ਲੈ ਕੇ ਆਏ ਆ। ਇਹ ਵੀ ਬਹੁਤ ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਆ, ਕਿਉਂਕਿ ਸਾਰੀ ਖੇਡ ਹੀ ਸੰਗਤ ਦੇ ਨਾਲ ਜੁੜੀ ਹੋਈ ਆ। ਜੀਵ ਦੀ ਤਰਨ ਦੀ ਅਵਸਥਾ ਹੈ ਜਿਹੜੀ, ਉਹ ਸਾਰੀ ਸੰਗਤ ਦੇ ਨਾਲ ਜੁੜੀ ਆ। ਸੰਗਤ ਕਿਹੜੀ? ਗੁਰੂ ਸਾਹਿਬ ਦੀ। ਜਿੱਥੇ ਨਾਮ ਜਪਿਆ ਜਾਵੇ, ਜਿੱਥੇ ਗੁਰਬਾਣੀ ਦੀ ਗੱਲ ਹੋਵੇ, ਜਿੱਥੇ ਗੁਰਬਾਣੀ ਦਾ ਕੀਰਤਨ ਗਾਇਆ ਜਾਵੇ, ਉੱਥੇ ਗੁਰੂ ਸਾਹਿਬ ਕਹਿੰਦੇ ਸੋਝੀ ਪੈਣੀ ਹੈ ਇਸ ਜੀਵ ਨੂੰ। ਇਹ ਸਾਰੀ ਖੇਡ ਗੁਰੂ ਸਾਹਿਬ ਕਹਿੰਦੇ ਸੰਗਤ ਨਾਲ ਹੀ ਤੇਰੀ ਜੁੜੀ ਹੋਈ ਆ। ਸੋ ਤੁਸੀਂ ਸਾਰੇ ਵੱਡੇ ਭਾਗਾਂ ਵਾਲੇ ਹੋ ਜਿਹੜੇ ਗੁਰੂ ਸਾਹਿਬ ਨੇ, ਗੁਰੂ ਸਾਹਿਬ ਹੀ ਆ ਸਭ ਦੇ ਅੰਦਰ, ਉਹੀ ਬੁਲਾਵਾ ਦਿੰਦੇ ਆ। ਕਿਸੇ ਦਾ ਕੋਈ ਸੱਜਣ ਆ, ਕਿਸੇ ਦਾ ਕੋਈ ਮਿੱਤਰ ਆ, ਭਾਈ ਆ, ਉਹਨਾਂ ਦੇ ਸਾਰਿਆਂ ਦੇ ਅੰਦਰ ਗੁਰੂ ਸਾਹਿਬ ਹੀ ਆ। ਗੁਰੂ ਸਾਹਿਬ ਆਪ ਹੀ ਸੱਦਦੇ ਆ, ਆਪ ਹੀ ਬਾਉਂਦੇ ਆ, ਆਪ ਹੀ ਜਪਾਉਂਦੇ ਆ। ਤੁਮਰੀ ਕਿਰਪਾ ਤੇ ਜਪੀਏ ਨਾਉ। ਪਹਿਲਾ ਸ਼ਬਦ ਬੱਚੇ ਨੇ ਇਹੀ ਪੜ੍ਹਿਆ ਸੀ ਵੀ ਗੁਰੂ ਸਾਹਿਬ ਜੀ ਤੁਸੀਂ ਕਿਰਪਾ ਕਰਦੇ ਹੋ ਅਤੇ ਇੱਥੇ ਲੈ ਕੇ ਆਉਂਦੇ ਹੋ, ਅਤੇ ਇੱਥੇ ਸਾਡਾ ਮਨ ਟਿਕਦਾ ਆਣ ਕੇ, ਅਤੇ ਨਾਮ ਜਪਾਉਂਦੇ ਹੋ ਤੁਸੀਂ। ਸੋ ਅੱਜ ਦਾ ਜਿਹੜਾ ਇਹ ਸ਼ਬਦ ਆ, ਗੁਰੂ ਸਾਹਿਬ ਜੀ ਕਿਰਪਾ ਕਰਨ, ਬੜਾ ਹੀ ਪਿਆਰਾ ਸ਼ਬਦ ਆ। ਜਗਿਆਸੂਆਂ ਵਾਸਤੇ ਵੀ ਆ, ਜਿਹੜੇ ਇਸ ਰਸਤੇ 'ਤੇ ਤੁਰ ਪਏ ਆ ਉਹਨਾਂ ਵਾਸਤੇ ਵੀ ਆ, ਜਿਹੜੇ ਅਵਸਥਾ 'ਤੇ ਪਹੁੰਚ ਗਏ ਹੋਏ ਆ ਉਹਨਾਂ ਵਾਸਤੇ ਵੀ ਆ। ਕਿਉਂਕਿ ਅਵਸਥਾ ਨੂੰ ਸੰਭਾਲਣਾ ਵੀ ਬਹੁਤ ਜ਼ਰੂਰੀ ਆ। ਨਹੀਂ ਤਾਂ ਜੇ ਅਵਸਥਾ ਹੱਥੋਂ ਨਿਕਲ ਜੇ, ਸੁਪਨੇ ਵਾਂਗੂ ਪ੍ਰਤੀਤ ਹੁੰਦੀ ਆ ਵੀ ਸ਼ਾਇਦ ਕਿਤੇ ਸੀ ਕੁਛ, ਪਰ ਅਸਲ ਵਿੱਚ ਗੁਰੂ ਸਾਹਿਬ ਕਹਿੰਦੇ ਸ਼ਾਇਦ ਨਹੀਂ, ਇਹ ਭਰਮ ਤੈਨੂੰ ਜਿਹੜਾ ਪੈ ਜਾਂਦਾ ਹੈ ਵਾਰ-ਵਾਰ, ਇਹ ਭਰਮ ਨੂੰ ਦੂਰ ਕਰ। ਭਰਮ ਜਿਹੜਾ ਦੂਰ ਕਿਵੇਂ ਹੋਣਾ? ਗੁਰੂ ਸਾਹਿਬ ਕਹਿੰਦੇ ਪ੍ਰੇਮ ਨਾਲ। ਪ੍ਰੇਮ ਕੀ ਆ? ਪਦਾਰਥ ਆ। ਸਤਿਗੁਰ ਸੇਵ ਪਦਾਰਥ ਪਾਈਏ, ਸਤਿਗੁਰ ਦੀ ਸੇਵਾ ਨਾਲ ਹੀ ਇਹ ਪਦਾਰਥ ਮਿਲਦਾ। ਇਹ ਪ੍ਰੇਮ ਪਦਾਰਥ ਹੀ ਆਪਣੇ ਕੱਪੜੇ ਆ। ਸੋ ਅੱਜ ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਦੀ ਝੋਲੀ ਵਿੱਚ ਕੁਛ ਪਾ ਕੇ ਆਪਣੀ ਅੰਦਰ ਦੀ ਜਿਹੜੀ ਯਾਤਰਾ ਹੈ ਤੈਅ ਕਰਾਉਣ, ਤਾਂ ਜੋ ਆਪਾਂ ਆਪਣੇ ਘਰ ਪਹੁੰਚ ਸਕੀਏ, ਘਰ ਦੀ ਯਾਦ ਆਵੇ, ਘਰ ਦੇ ਦਰਸ਼ਨ ਕਰੀਏ। ਜੋ ਆਪਣਾ ਮਕਸਦ ਆ, ਪਰਮ ਪਦ ਆ, ਅਮਰ ਪਦ, ਉਹ ਗੁਰੂ ਸਾਹਿਬ ਪ੍ਰਾਪਤ ਕਰਾਉਣ। ਉਹ ਘਰ ਜਾ ਕੇ ਹੀ ਮਿਲਣਾ। ਸਾਰੇ ਪਿਆਰ ਨਾਲ ਅਸੀਸ ਬਖਸ਼ੋ। ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੋ, ਗੁਰੂ ਸਾਹਿਬ ਆਪ ਹੀ ਇਹ ਵਿਚਾਰ ਪੱਲੇ ਬੰਨ੍ਹ ਦੇਣ, ਵਿਸਰੇ ਨਾ ਇਹ ਵਿਚਾਰ। ਮਿਹਰ ਕਰੋ, ਫਤਿਹ ਬੁਲਾਓ ਗੁਰੂ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਰਹਾਉ ਦੀ ਪੰਕਤੀ ਹੈ, ਗੁਰੂ ਸਾਹਿਬ ਕਹਿੰਦੇ ਨਾਮ ਦੇ ਉੱਤੇ ਗੱਲ ਖੜੀ ਆ।
ਨਾਮ ਤੋਂ ਸਫ਼ਰ ਸ਼ੁਰੂ ਹੋਇਆ ਸੀ। ਨਾਮ ਗੁਰੂ ਸਾਹਿਬ ਕਹਿੰਦੇ ਪਹਿਲਾਂ ਤਾਂ ਨਾਮ, ਇੱਥੇ ਗੱਲ ਹੀ ਨਾਮ ਦੀ ਚੱਲਣੀ ਹੈ। ਨਾਮ ਪ੍ਰਾਪਤ ਕਰ ਪਹਿਲਾਂ ਤਾਂ। ਜਗਿਆਸੂ ਨੂੰ ਪਹਿਲਾ ਹੁਕਮ ਹੀ ਇਹ ਆ, ਪ੍ਰਥਮ ਰਹਿਤ ਖੰਡੇ ਕੀ ਜਾਨੋ, ਵੀ ਅੰਮ੍ਰਿਤ ਛਕ ਸਿੰਘ ਸਾਜ। ਹੁਣ ਇਹ ਕਿਉਂ ਜ਼ਰੂਰੀ ਆ? ਕਿਉਂਕਿ ਜਿਹੜੀ ਕਲਾਸ ਵਿੱਚ ਆਪਾਂ ਬੈਠੇ ਹਾਂ, ਇੱਥੋਂ ਦਾ ਜਿਹੜਾ ਸਾਰਾ ਸਕੈਜੂਲ ਆ ਇਹ ਨਾਮ ਨਾਲ ਜੁੜਿਆ ਹੋਇਆ। ਅਤੇ ਨਾਮ ਗੁਰੂ ਸਾਹਿਬ ਕਹਿੰਦੇ ਇਹੀ ਤੂੰ ਲੈਣ ਆਇਆ ਸੀ। ਹੁਣ ਨਾਮ ਦੇ ਪਿੱਛੇ ਕਈ ਦਾਤਾਂ ਖੜੀਆਂ ਜਿਹੜੀਆਂ ਗੁਰੂ ਸਾਹਿਬ ਦੇਣੀਆਂ ਚਾਹੁੰਦੇ ਆ। ਹੁਣ ਜੀਵ ਨੂੰ ਪਤਾ ਹੈ ਕਿ ਮੈਂ ਵਾਅਦੇ ਕੀਤੇ ਹੋਏ ਆ, ਪਰ ਇਹਦਾ ਸੁਭਾਅ ਇਹੋ ਜਿਹਾ ਹੋ ਗਿਆ, ਭੁੱਲ ਭੁੱਲ ਕੇ ਵਾਅਦੇ ਵੀ ਮੁੱਕਰ ਜਾਂਦਾ, ਵਾਅਦਿਆਂ ਤੋਂ ਵੀ। ਗੁਰੂ ਸਾਹਿਬ ਕਹਿੰਦੇ ਤੂੰ ਪਹਿਲਾਂ ਪਛਾਣ ਕਰ, ਲੈਣ ਕੀ ਆਇਆ ਹੈ। ਤੈਨੂੰ ਸੱਦਿਆ ਮੈਂ, ਪਰ ਪਛਾਣ ਕਰ, ਲੈਣ ਕੀ ਆਇਆ ਹੈ। ਇੱਕ ਸ਼ਬਦ ਆਉਂਦਾ ਗੁਰੂ ਸਾਹਿਬ ਦਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਉਹ ਗੁਰੂ ਸਾਹਿਬ ਕਹਿੰਦੇ ਕਿਹੜਾ ਜਲ ਤੂੰ ਪ੍ਰਾਪਤ ਕਰਨਾ ਹੈ ਇਸ ਜੱਗ 'ਤੇ। ਸੋ ਅੰਮ੍ਰਿਤ ਗੁਰ ਤੇ ਪਾਈ ਜੀਓ। ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਲੈਣ ਆਇਆ ਤੂੰ ਜੀਵ ਧਰਤੀ 'ਤੇ। ਇਹ ਧਰਤੀ ਧਰਮਸਾਲ ਹੈ, ਅਤੇ ਇਸ ਧਰਮਸਾਲ ਦੇ ਵਿੱਚ ਤੂੰ ਅੰਮ੍ਰਿਤ ਲੱਭਣ ਆਇਆ ਹੈ। ਅਤੇ ਉਹ ਅੰਮ੍ਰਿਤ ਕਿੱਥੋਂ ਮਿਲਣਾ ਹੈ? ਉਹ ਅੰਮ੍ਰਿਤ ਗੁਰੂ ਸਾਹਿਬ ਕੋਲ ਮਿਲਣਾ ਹੈ। ਗੁਰੂ ਸਾਹਿਬ ਨੇ ਜਿਹੜਾ ਹੁਣ ਵਿਧੀ ਵਿਧਾਨ ਬਣਾਇਆ ਹੈ ਅੰਮ੍ਰਿਤ ਪ੍ਰਾਪਤ ਕਰਨ ਦਾ, ਉਹ ਗੁਰੂ ਸਾਹਿਬ ਕਹਿੰਦੇ 5 ਪਿਆਰਿਆਂ ਦੇ ਥਰੂ ਨਾਮ ਦੀ ਦਾਤ ਲੈ ਕੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਜਦੋਂ ਸਮਾਗਮ ਹੋਊਗਾ ਅੰਮ੍ਰਿਤ ਸੰਚਾਰ ਦਾ, 5 ਪਿਆਰਿਆਂ ਦੇ ਥਰੂ ਤੈਨੂੰ ਅੰਮ੍ਰਿਤ ਦੀ ਦਾਤ ਮਿਲੂਗੀ। ਇਹ ਤੂੰ ਧਰਤੀ 'ਤੇ ਲੈਣ ਆਇਆ। ਹੁਣ ਇਹ ਤਾਂ ਪਹਿਲਾ ਕੰਮ ਹੋ ਗਿਆ। ਹੁਣ ਇਸ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਕਿਉਂਕਿ ਜੀਵ ਤੂੰ ਭੁੱਲਣ ਵਾਲਾ ਹੈ, ਭੁੱਲਦਾ ਰਹਿਣਾ, ਵੱਡੀਆਂ ਤੋਂ ਵੱਡੀਆਂ ਦਾਤਾਂ ਪ੍ਰਾਪਤ ਕਰਕੇ ਵੀ ਦਾਤੇ ਨੂੰ ਭੁੱਲ ਜਾਣਾ। ਗੁਰੂ ਸਾਹਿਬ ਕਹਿੰਦੇ ਹੁਣ ਤੂੰ ਅੰਮ੍ਰਿਤ ਵੀ ਜੇ ਤੂੰ ਲੈ ਲਿਆ ਨਾ, ਜੇ ਤੂੰ ਅੰਮ੍ਰਿਤ ਤੋਂ ਬਾਅਦ ਅੰਮ੍ਰਿਤ ਦੀ ਮਰਿਆਦਾ ਨੂੰ ਨਹੀਂ ਅਡੋਪਟ ਕੀਤਾ, ਤੂੰ ਫਿਰ ਰੋਲ ਸਕਦਾ। ਹੁਣ ਅਗਲੀ ਲਾਈਨ ਗੁਰੂ ਸਾਹਿਬ ਕਹਿੰਦੇ ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀ ਜੀਓ। ਵੀ ਵੇਸ ਛੱਡ ਦੇ ਜਿਹੜਾ ਤੂੰ ਧਾਰਨ ਕੀਤਾ ਆ ਝੂਠ ਦਾ। ਝੂਠ ਨਾਲ ਸੱਚ ਪ੍ਰਾਪਤ ਨਹੀਂ ਹੋਣਾ। ਭੇਖੀ ਵੀ ਆ ਜੇ ਭੇਖ ਵੀ ਛੱਡ ਦੇ, ਚਤਰਾਈਆਂ ਛੱਡ ਦੇ। ਚਤਰਾਈਆਂ ਜਿਹੜੀਆਂ ਮਨ ਸਭ ਤੋਂ ਜ਼ਿਆਦਾ ਜਿਹਦੇ ਵਿੱਚ ਮਗਨ ਆ ਚਤਰਾਈਆਂ 'ਚ, ਕਿ ਕੋਈ ਨਾ ਮੈਂ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਸੀ, ਉਦੋਂ ਛਕੂੰ, ਐਦਾਂ ਕਰੂੰ। ਗੁਰੂ ਸਾਹਿਬ ਕਹਿੰਦੇ ਇਹ ਆਪਣੀ ਮੱਤ ਹੈ ਤੇਰੀ, ਇਹ ਮੱਤ ਛੱਡ ਦੇ। ਕਿਉਂਕਿ ਇਹ ਮੱਤ, ਚਿੱਤ, ਸੁਰਤ, ਬੁੱਧ, ਇਹ ਗੁਰੂ ਸਾਹਿਬ ਕਹਿੰਦੇ ਸਾਰੇ ਤੇਰੇ ਮੁੱਢੋਂ ਕੁੱਥੇ ਪਏ ਨੇ, ਇਹ ਦੁਬਾਰਾ ਘੜਨੇ ਪੈਣੇ ਆ। ਸੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਕਹਿੰਦੇ ਦਾਤ ਲੈ ਕੇ ਮੱਤ ਲੈ ਗੁਰੂ ਦੀ। ਗੁਰੂ ਕੀ ਮੱਤ ਤੂੰ ਲੈ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਦਾਤ ਲੈ ਲਈ ਆ, ਜੇ ਭਗਤੀ ਨਹੀਂ ਕਰਦਾ ਫਿਰ ਡੁੱਬਣ ਦੇ ਚਾਂਸ ਆ, ਫਿਰ ਡੁੱਬ ਸਕਦਾ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਗੁਰੂ ਸਾਹਿਬ ਨੇ ਲਿਖਿਆ ਹੋਇਆ ਸਾਫ਼, ਕਰਨੀ ਬਾਝੋ ਤਰੇ ਨਾ ਕੋਏ। ਨਹੀਂ ਤਰਿਆ ਜਾਣਾ ਜੇ ਕਰਨੀ 'ਚ ਨਹੀਂ ਗਈ ਹਜੇ। ਉਹ ਜੀਵ ਦਾ ਜਿਹੜਾ 2 ਪਾਰਟ ਆ ਜੀਵ ਦੀ ਜ਼ਿੰਦਗੀ ਦੇ, ਇੱਕ ਗੁਰੂ ਸਾਹਿਬ ਕਹਿੰਦੇ ਨਾਮ ਦੀ ਪ੍ਰਾਪਤੀ, ਇੱਕ ਜੀਵਨ। ਜਿੰਨਾ ਨਾਮ ਜ਼ਰੂਰੀ ਓਨਾ ਜੀਵਨ ਵੀ ਜ਼ਰੂਰੀ। ਹੁਣ ਨਾਮ ਲੈ ਲਿਆ, ਨਾਮ ਨੂੰ ਸੰਭਾਲਣ ਲਈ ਗੁਰੂ ਸਾਹਿਬ ਨੇ ਕਹਿਣਾ ਆਹ ਕਰੈਤਾ ਨਾ ਕਰ। ਉਹ ਵੱਡੀਆਂ ਕਰੈਤਾਂ ਤੋਂ ਬਚਦਾ ਉਹਨੂੰ ਸੋਝੀ ਪੈਣੀ ਆ ਵੀ ਡਰ ਜ਼ਰੂਰੀ ਆ। ਉਹ ਗੁਰੂ ਸਾਹਿਬ ਇਹ ਸ਼ਬਦ ਦੇ ਵਿੱਚ ਦੱਸਣਗੇ ਵੀ ਉਹ ਕਿੱਦਾਂ ਸਾਰੀ ਖੇਡ ਬਣਨੀ ਆ। ਉਹ ਡਰ ਜਦੋਂ ਅੰਦਰ ਪਊਗਾ, ਡਰ ਕਿਉਂ ਪਊਗਾ? ਕਿਉਂਕਿ ਵਾਹਿਗੁਰੂ ਸਾਰਿਆਂ ਥਾਵਾਂ 'ਤੇ ਆ, ਉਹ ਤੈਨੂੰ ਦੇਖ ਰਿਹਾ। ਭੇਖਤ ਸੁਣਤ ਸਦਾ ਹੈ ਸੰਗੇ। ਆਪਾਂ ਮੂਰਖਾਂ ਵੀ ਉਹਨੂੰ ਦੂਰ ਜਾਣਦੇ ਹਾਂ, ਕਿਉਂਕਿ ਆਪਾਂ ਉਸ ਟਾਈਮ 3 ਗੁਣਾਂ ਦੇ ਵਿੱਚ ਵਿਚਰ ਰਹੇ ਹੁੰਦੇ ਹਾਂ। ਜਦੋਂ ਭੁੱਲਿਆ ਹੁੰਦਾ
ਜਾਂ ਰਜੋ 'ਚ ਹੋਵਾਂਗੇ ਜਾਂ ਤਮੋ 'ਚ ਹੋਵਾਂਗੇ। ਸਤੋ 'ਚ ਫਿਰ ਵੀ ਬੰਦਾ ਛੇਤੀ ਵਾਪਸ ਆ ਜਾਂਦਾ ਆਪਣੇ ਘਰ। ਸੋ ਗੁਰੂ ਸਾਹਿਬ ਕਹਿੰਦੇ ਵੀ ਜੀਵ, ਪਹਿਲਾਂ ਤੂੰ ਜਿਹੜਾ ਕੰਮ ਕਰਨਾ ਹੈ ਨਾ ਉਹਦੇ ਬਾਰੇ ਸੁਣ। ਪਹਿਲਾਂ ਤਾਂ ਅੰਮ੍ਰਿਤ ਛਕ। ਇਹ ਛਕ ਕੇ ਗੁਰੂ ਦੀ ਮੱਤ ਲੈ। ਗੁਰੂ ਦੀ ਮੱਤ ਲੈ ਕੇ ਅੰਮ੍ਰਿਤ ਰਸ ਕੱਢ ਅੰਦਰੋਂ। ਅੰਮ੍ਰਿਤ ਰਸ ਜਦੋਂ ਮਿਲੇਗਾ ਫਿਰ ਤੇਰਾ ਜੀਵਨ ਬਣੂਗਾ, ਫਿਰ ਜੀਵਨ ਬਣੂਗਾ। ਫਿਰ ਆਪਣਾ ਜਿਹੜਾ ਹੈਗਾ ਨਾਮ ਤੇ ਜੀਵਨ ਦੋਵੇਂ ਲਕਸ਼ ਪ੍ਰਾਪਤ ਹੋਣਗੇ। ਇਹ ਸਾਰੀ ਖੇਡ ਕਰਨੀ ਕਿਹਨੇ ਆ? ਇਹ ਗੁਰੂ ਸਾਹਿਬ ਨੇ ਕਰਨੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ 1% ਵੀ ਜੀਵ ਸਟੈਪ ਨਹੀਂ ਕਰ ਸਕਦਾ ਅੱਗੇ। ਤੇ ਗੁਰੂ ਸਾਹਿਬ ਹੁਣ ਇਹ ਸ਼ਬਦ ਦੇ ਵਿੱਚ ਦੱਸਦੇ ਆ, ਰਹਾਉ ਦੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਜਿਹੜਾ ਨਾਮ ਆ, ਹੋਂ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ। ਹੁਣ ਜਦੋਂ ਜੀਵ ਨੂੰ ਪਤਾ ਲੱਗਾ ਗੁਰੂ ਤੋਂ ਕਿ ਨਾਮ ਨੇ ਸਦਾ ਰਹਿਣਾ ਹੈ, ਇਹ ਅੰਮ੍ਰਿਤ ਆ, ਇਹ ਮਰਦਾ ਨਹੀਂ, ਉਹ ਬਲਿਹਾਰੇ ਜਾਂਦਾ ਆਪਣੇ ਗੁਰੂ ਤੋਂ, ਵਾਰਨੇ ਜਾਂਦਾ, ਆਪਦਾ ਬਲ ਹਾਰ ਦਿੰਦਾ, ਆਪਦੀ ਮੱਤ ਹਾਰ ਦਿੰਦਾ, ਉਹ ਬਲਿਹਾਰੇ ਜਾਂਦਾ। ਫਿਰ ਉਹਨੂੰ ਕੀ ਪ੍ਰਾਪਤ ਹੁੰਦਾ? ਗੁਰੂ ਸਾਹਿਬ ਕਹਿੰਦੇ ਉਹਨੂੰ ਪ੍ਰਾਪਤ ਹੁੰਦਾ ਅੰਮ੍ਰਿਤ ਨਾਮ ਮਹਾਰਸ ਮੀਠਾ। ਉਹ ਮਹਾਰਸ ਆ, ਸਾਰੇ ਰਸਾਂ ਤੋਂ ਉੱਚਾ ਰਸ ਆ ਅੰਮ੍ਰਿਤ ਰਸ। ਗੁਰੂ ਸਾਹਿਬ ਕਹਿੰਦੇ ਉਹ ਪ੍ਰਾਪਤ ਹੁੰਦਾ। ਉਹ ਕਦੋਂ ਪ੍ਰਾਪਤ ਹੁੰਦਾ? ਜਦੋਂ ਗੁਰੂ ਦੀ ਮੱਤ ਲਵਾਂਗੇ। ਗੁਰਮਤੀ ਅੰਮ੍ਰਿਤ ਪਿਆਵਨਿਆ। ਹੁਣ ਗੁਰੂ ਦੀ ਮੱਤ, ਇਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ, ਜੇ ਕੋਈ ਰਿਸਰਚ ਕਰੇ ਗੁਰੂ ਸਾਹਿਬ ਤੋਂ ਸਿੱਖੀਏ ਆਪਾਂ, ਤਾਂ ਗੁਰੂ ਸਾਹਿਬ ਦੱਸਦੇ ਆ ਗੁਰੂ ਦੀ ਮੱਤ ਵਿੱਚ ਬਹੁਤ ਚੀਜ਼ਾਂ ਨੇ। ਗੁਰੂ ਸਾਹਿਬ ਕਹਿੰਦੇ ਗੁਰਮਤੀ ਅਖੁੱਟ ਜਿਹੜਾ ਧਨ ਆ, ਇਹ ਤੇਰਾ ਇੱਥੇ ਸੰਗਤ ਵਿੱਚ ਜੁੜਨਾ। ਹੁਣ ਧਨ ਕਦੋਂ ਜੁੜੂਗਾ? ਜੇ ਆਪਣੇ ਕੋਲ ਪਹਿਲਾਂ ਰਾਸ਼ੀ ਹੋਊਗੀ। ਹੁਣ ਰਾਸ਼ੀ ਕਿਹੜੀ ਆ? ਗੁਣਾਂ ਦੀ। ਉਹ ਵੀ ਇਹ ਸ਼ਬਦ ਵਿੱਚ ਅੱਗੇ ਜਾ ਕੇ ਗੱਲ ਹੋਊਗੀ। ਗੁਰੂ ਸਾਹਿਬ ਕਹਿੰਦੇ ਵੀ ਜੇ ਕੋਈ ਵਸਤੂ ਖਰੀਦਣੀ ਆ, ਪਹਿਲਾਂ ਉਹਦਾ ਮੁੱਲ ਚੁਕਾਉਣਾ ਪੈਂਦਾ। ਹੁਣ ਨਾਮ ਦਾ ਮੁੱਲ ਜਿਹੜਾ ਏ ਉਹ ਪ੍ਰੇਮ ਨਾਲ ਚੁਕਾਇਆ ਜਾਣਾ ਵਾ। ਸਾਰੇ ਭਗਤਾਂ ਨੇ ਇਹ ਨਾਮ ਦਾ ਮੁੱਲ ਪ੍ਰੇਮ ਨਾਲ ਚੁਕਾਇਆ। ਭਗਤੀ ਜਿਹੜੀ ਉਹ ਪ੍ਰੇਮ ਨਾਲ ਪਾਈ ਜਾਂਦੀ ਆ। ਉਹ ਪ੍ਰੇਮ ਹੌਲੀ ਹੌਲੀ ਸਹਿਜ ਨਾਲ ਬਣਨਾ, ਕੋਈ ਕਾਹਲੀ ਵੀ ਨਹੀਂ ਗਈ ਉਹਦੇ ਵਿੱਚ, ਪਰ ਤਰਲੇ ਕਾਹਲੀ ਨਾਲ ਮਾਰਨੇ ਆ। ਖੇਡ ਗੁਰੂ ਸਾਹਿਬ ਦੇ ਹੱਥ। ਗੁਰੂ ਸਾਹਿਬ ਕਹਿੰਦੇ ਮਾਝ ਮਹੱਲਾ ਤੀਜਾ, ਇਸ ਗੁਫਾ ਮੈਂ ਅਖੁੱਟ ਭੰਡਾਰਾ। ਇਹ ਜਿਹੜਾ ਤੇਰਾ ਸਰੀਰ ਆ, ਇਹ ਅਸਲੀ ਗੁਫਾ ਜਿਹੜੀ, ਇਹ ਗੁਫਾ ਦੇ ਅੰਦਰ ਗੁਰੂ ਸਾਹਿਬ ਕਹਿੰਦੇ ਅਖੁੱਟ ਭੰਡਾਰਾ ਏ। ਅਖੁੱਟ ਕਿਹੜਾ ਏ? ਅਖੁੱਟ ਨਾਮ, ਜਿਹੜਾ ਖੱਟਿਆ ਨਹੀਂ ਜਾ ਸਕਦਾ ਗੁਰੂ ਦੀ ਕਿਰਪਾ ਤੋਂ ਬਿਨਾਂ। ਤੁਮਰੀ ਕਿਰਪਾ ਤੇ ਜਪੀਏ ਨਾਉ, ਤੁਮਰੀ ਕਿਰਪਾ ਤੇ ਦਰਗੇ ਥਾਉ। ਦਰਗਾਹ 'ਚ ਥਾਂ ਵੀ ਇਹਦੇ ਨਾਲ ਹੀ ਮਿਲਣਾ। ਇਹ ਅਖੁੱਟ ਆ, ਖੁਦ ਬੰਦਾ ਖੱਟੀ ਨਹੀਂ ਕਰ ਸਕਦਾ ਇਹਦੀ ਸਿੱਧੀ। ਤਾਂ ਹੀ ਗੁਰੂ ਸਾਹਿਬ ਕਹਿੰਦੇ ਪਹਿਲੀ ਰਹਿਤ ਹੀ ਖੰਡੇ ਦੀ ਆ। ਹੁਣ ਇਹ ਗੁਫਾ, ਗੁਰੂ ਸਾਹਿਬ ਕਹਿੰਦੇ ਤੇਰੀ ਗੁਫਾ ਦੇ ਅੰਦਰ ਤੇਰੀ ਜਿਹੜੀ ਹੈ ਪੁੱਤਰ ਤੈਨੂੰ ਮੈਂ ਪਾਇਆ ਹੈ, ਜੀਓ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਪਵਨ ਵਾਜਾ ਵਜਾ ਰਹੀ ਹੈ, ਇਹਦੇ ਸਵਾਸ ਚਲਾ ਰਹੀ ਹੈ। ਗੁਫਾ ਦੇ ਅੰਦਰ ਜੀਵ ਨੂੰ ਪਾ ਕੇ ਸਵਾਸਾਂ ਦੀ ਪੂੰਜੀ ਦਿੱਤੀ ਆ ਉਹਦੇ ਹੱਥ 'ਚ, ਵੀ ਇਹ ਸਵਾਸਾਂ ਦੇ ਨਾਲ ਗੁਣ ਇਕੱਠੇ ਕਰ। ਅਤੇ ਉਹ ਗੁਣ ਅਤੇ ਸਵਾਸ ਜਦੋਂ ਮਿਲਦੇ ਆ ਫਿਰ ਆਪਾਂ ਭਗਤੀ ਕਰਦੇ ਆ। ਸਭ ਤੋਂ ਉੱਤਮ ਗੁਣ ਕਿਹੜਾ ਏ? ਗੁਰੂ ਸਾਹਿਬ ਕਹਿੰਦੇ ਗੁਣ ਤਾਂ ਬਹੁਤ ਨੇ। ਸਗਲ ਗੁਣਾ ਗੁਣ ਉਤਮੋ, ਭਰਤਾ ਦੂਰ ਨਾ ਪੇਖਰੀ। ਇਹ ਗੁਰੂ ਨਾਨਕ ਸਾਹਿਬ ਜਿੱਥੇ ਵੀ ਗੁਰੂ ਸਾਹਿਬ ਜਾਂਦੇ ਸੀ ਨਾ, ਇਹ ਉਪਦੇਸ਼ ਹੀ ਦਿੰਦੇ ਸੀ। ਪਹਿਲਾ ਉਪਦੇਸ਼ ਹੀ ਗੁਰੂ ਸਾਹਿਬ ਦਾ ਇਹ ਸੀ ਕਿ ਤੂੰ ਨੇੜੇ ਜਾਣੇ, ਨੇੜੇ ਜਾਣੇ। ਜਿੰਨੇ ਵੀ ਤਰੇ ਆ ਗੁਰੂ ਸਾਹਿਬ ਦੀ ਇਹ ਜਿਹੜੀ ਜੁਗਤੀ ਆ, ਇਹਦੇ ਨਾਲ ਤਰੇ ਆ ਵੀ, ਕਿਉਂਕਿ ਪਹਿਲਾਂ ਤਾਂ ਜੁਗਤੀ ਲੈਣੀ ਪੈਣੀ। ਜਦੋਂ ਜੁਗਤੀ ਪੂਰੀ ਰੂਟੀਨ ਦੇ ਅੰਦਰ ਉਤਰ ਗਈ, ਫਿਰ ਉਹ ਅਚੇਤ ਮਾਨੀ ਉਹ ਆਪਣੇ ਜਪਣ ਲੱਗ ਜਾਣਾ। ਉਹਨੂੰ ਨੇੜੇ ਹੀ ਪ੍ਰਤੀਤ ਹੋਣਾ ਹਰ ਵਕਤ, ਦਰਸ਼ਨ ਹੀ ਦਰਸ਼ਨ ਅੰਦਰ।
ਕਿਉਂਕਿ ਨਾਮ ਹੀ ਗੁਰੂ ਆ ਅਤੇ ਨਾਮ ਦੇ ਅੰਦਰ ਦਰਸ਼ਨ ਹੋਣੇ ਆ। ਨਾਮ ਦੀ ਕਲਾ ਵਰਤਣੀ ਆ, ਕਦੇ ਸਰੂਪ ਦਰਸ਼ਨ ਹੋਣੇ ਆ, ਕਦੇ ਨਿਰਗੁਣ ਦਰਸ਼ਨ, ਕਦੇ ਨਾਮ ਭੁੱਲਣਾ ਹੀ ਨਹੀਂ, ਨਾਮ ਦੇ ਦਰਸ਼ਨ ਹੋਈ ਜਾਣੇ ਅੰਦਰ। ਇਸ ਗੁਫਾ ਮੇ ਅਖੁੱਟ ਭੰਡਾਰਾ, ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਭੰਡਾਰਾ ਪਾਇਆ ਏ, ਉਹਨੂੰ ਲੱਭ। ਇਹੀ ਰਾਮ ਨਾਮ ਰਤਨ ਕੋਠੜੀ, ਇਹ ਰਤਨ ਵੀ ਆ ਨਾਮ। ਹੁਣ ਗੁਰੂ ਸਾਹਿਬ ਕਹਿੰਦੇ ਇਹ ਗੁਫਾ ਦੇ ਅੰਦਰ ਵਸਦਾ ਵਾ ਤੇਰੇ ਅੰਦਰ, ਤਿਸ ਵਿੱਚ ਵਸੇ ਹਰ ਅਲਖ ਅਪਾਰਾ। ਜਿਹੜਾ ਅਦ੍ਰਿਸ਼ਟ ਆ, ਜਿਹੜਾ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਇੰਦਰੀਆਂ ਨਾਲ ਫੜਿਆ ਨਹੀਂ ਜਾ ਸਕਦਾ, ਅਪਾਰ ਆ, ਉਹ ਵਸਦਾ ਤੇਰੇ ਅੰਦਰ। ਪਰ ਗੁਰੂ ਸਾਹਿਬ ਅੱਗੇ ਜਾ ਕੇ ਦੱਸਣਗੇ ਵੀ ਉਹਨੂੰ ਕਿੱਦਾਂ ਆਪਾਂ ਪ੍ਰਾਪਤ ਕਰਨਾ ਵਾ, ਉਹਨੂੰ ਕਿੱਦਾਂ ਦੇਖਣਾ ਅਤੇ ਉਹਨੂੰ ਕਿੱਦਾਂ ਉਹਨੂੰ ਮੰਨਣਾ ਹੈ, ਫੜਨਾ ਹੈ, ਮੰਨਣਾ ਹੈ। ਗੁਰੂ ਸਾਹਿਬ ਕਹਿੰਦੇ ਆਪੇ ਗੁਪਤ ਪ੍ਰਗਟ ਹੈ ਆਪੇ। ਹੁਣ ਕਰਮਾਂ ਦੀ ਵੀ ਖੇਡ ਨਾਲ ਆ ਜੁੜੀ। ਹੁਣ ਕਰਮ ਵੀ ਖਲੋਤੇ ਆ ਰਸਤੇ 'ਚ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੁਣ ਇੱਧਰ ਇੱਕ ਸਾਈਡ 'ਤੇ ਕਰਮ ਆ, ਇੱਕ ਸਾਈਡ 'ਤੇ ਕਿਰਪਾ ਏ। ਹੁਣ ਕਰਮ ਮਾੜੇ ਆ ਅਤੇ ਜੀਵ ਜਦੋਂ ਤਰਲਾ ਪਾਊਗਾ ਗੁਰੂ ਅੱਗੇ, ਕਿਉਂਕਿ ਕਰਮਾਂ ਨੂੰ ਮੇਟਣ ਵਾਲਾ ਸਿਰਫ ਇੱਕੋ ਹੀ ਆ, ਕਰਤਾ ਪੁਰਖ, ਮੇਟਣਹਾਰ ਆ। ਉਹ ਜਦੋਂ ਕਿਰਪਾ ਕਰੂਗਾ ਤਾਂ ਉਹ ਮਿਲਾਉਣ ਦੀ ਕੋਸ਼ਿਸ਼, ਮਿਲਾਉਣਾ ਹੀ ਆ ਗੁਰੂ ਸਾਹਿਬ ਨੇ, ਕੋਸ਼ਿਸ਼ ਨਹੀਂ, ਮਿਲਾ ਹੀ ਦੇਣਾ ਵਾ। ਉਹ ਗੁਰੂ ਸਾਹਿਬ ਕਹਿੰਦੇ ਵੀ ਪ੍ਰਗਟ ਵੀ ਹੋ ਸਕਦਾ ਵਾ ਤੇਰੇ ਅੰਦਰ। ਇਹ ਸਾਰੀ ਖੇਡ ਉਹਦੀ ਆਪੇ ਦੀ ਆ। ਇਹ ਆਪੇ ਦੀ ਖੇਡ ਭਗਤ ਕਬੀਰ ਜੀ ਨੇ ਦੱਸੀ ਆ। ਕਬੀਰ ਤੂੰ ਕਰਤਾ ਤੂੰ ਕਰਤਾ ਤੂੰ ਪਿਆ ਤੂੰ ਹੁਆ। ਹੁਣ ਤੂੰ ਦੀ ਖੇਡ ਮਤਲਬ ਨਾਮ ਦੀ ਖੇਡ। ਵਾਹਿਗੁਰੂ ਵਾਹਿਗੁਰੂ ਆਪਾਂ ਜਦੋਂ ਆਪਾਂ ਕਰਦੇ ਆ, ਆਪਾਂ ਆਪਣੀ ਹਉਮੈ 'ਤੇ ਸੱਟ ਮਾਰਦੇ ਆ। ਤੀਜੇ ਪਾਤਸ਼ਾਹ ਜੀ ਦੀ ਬਾਣੀ 'ਚ ਹੀ ਆਉਂਦਾ ਵਾ, ਹਸਤੀ ਸਿਰ ਜੋ ਅੰਕਸ ਹੈ ਅਹਰਨ ਜੋ ਸਿਰ ਦੇ। ਅਹਰਨ ਲੋਹਾ ਜਿਹੜਾ ਜਿਹਦੇ ਉੱਤੇ ਬਦਾਨ ਵੱਜਦਾ, ਜਦੋਂ ਉਹਦੀ ਥੱਲੇ ਲੋਹਾ ਰੱਖਿਆ ਜਾਵੇ ਅਹਰਨ ਦੇ ਉੱਤੇ, ਉਹਦੇ ਬਦਾਨ ਵੱਜਦਾ ਅਤੇ ਉਹਦੀ ਸ਼ੇਪ ਬਣਾਈ ਜਾਂਦੀ ਆ। ਗੁਰੂ ਸਾਹਿਬ ਕਹਿੰਦੇ ਆਪਣੀ ਦਾਤ ਲੈ ਲਈ ਆ, ਦਾਤ ਲੈ ਕੇ ਮੱਤ, ਗੁਰੂ ਸਾਹਿਬ ਕਹਿੰਦੇ ਆਪਣੀ ਜਿਹੜੀ ਅਹਰਨ ਮੱਤ ਆ, ਜਿਹੜੀ ਇਹ ਮੱਤ ਦੇ ਉੱਤੇ ਬਦਾਨ ਮਾਰ ਸ਼ਬਦ ਦਾ, ਜਿਹੜਾ ਤੈਨੂੰ ਸ਼ਬਦ ਦਿੱਤਾ। ਹੁਣ ਸ਼ਬਦ ਤੋਂ ਗਾਂਹ ਨਾਮ ਦੀ ਪ੍ਰਾਪਤੀ ਹੋਣੀ ਆ। ਪਹਿਲਾਂ ਸ਼ਬਦ ਦੇਣਾ ਗੁਰੂ ਨੇ ਅੰਮ੍ਰਿਤ ਸੰਚਾਰ 'ਚ, ਫਿਰ ਗੁਰੂ ਸਾਹਿਬ ਕਹਿੰਦੇ ਨਾਮ ਦੀ ਪ੍ਰਾਪਤੀ ਹੋਣੀ ਆ। ਅੰਮ੍ਰਿਤ ਬਾਹਰੋਂ ਪਿਆਉਣਾ, ਫਿਰ ਅੰਮ੍ਰਿਤ ਅੰਦਰੋਂ ਕੱਢਣਾ ਗੁਰਮੁਖ ਨੇ। ਉਹ ਕਿੱਦਾਂ ਗੁਰਮਤੀ ਅੰਮ੍ਰਿਤ ਪਿਆਵਨੇ ਆ। ਗੁਰੂ ਸਾਹਿਬ ਕਹਿੰਦੇ ਹਉਮੈ ਮਾਰ ਬੱਜਰ ਕਪਾਟ ਖੁਲਾਇਆ। ਹੁਣ ਹਉਮੈ ਆਪਾਂ ਆਪਣੀ ਆਪ ਨਹੀਂ ਮਾਰ ਸਕਦੇ। ਇਹ ਕਿੱਦਾਂ ਮਰਨੀ ਆ? ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਗੁਰੂ ਮੰਤਰ ਹੈ ਜਪ ਹਉਮੈ ਖੋਈ। ਹੁਣ ਹਉਮੈ ਸ਼ਬਦ ਦੇ ਨਾਲ ਗਵਾ ਸਕਦੇ ਹਾਂ ਆਪਾਂ, ਅਤੇ ਸ਼ਬਦ ਫਿਰ ਗੱਲ ਉੱਥੇ ਹੀ ਆ ਜਾਂਦੀ ਘੁੰਮ ਕੇ ਪਹਿਲੇ ਪੁਆਇੰਟ 'ਤੇ ਕਿ ਦਾਤ ਲੈਣੀ ਪਊਗੀ। ਇਹ ਤਾਂ ਕੋਈ ਵਹਿਮ, ਇਹਦੇ 'ਚ ਭੁਲੇਖਾ ਨਾ ਰੱਖੇ ਕੋਈ ਵੀ ਜੀਵ। ਬੱਜਰ ਕਪਾਟ ਖੁਲਾਇਆ ਗੁਰੂ ਸਾਹਿਬ ਤੋਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਬੱਜਰ ਕਪਾਟ ਨਾ ਖੁੱਲ੍ਹਣੀ, ਬੱਜਰ ਕਪਾਟ ਨਾ ਖੁੱਲ੍ਹਣੀ, ਇਹ ਖੁੱਲ੍ਹ ਨਹੀਂ ਸਕਦਾ। ਗੁਰ ਸ਼ਬਦ ਖੁਲੀਜੇ, ਗੁਰੂ ਦੇ ਸ਼ਬਦ ਨਾਲ ਖੁੱਲੂਗਾ। ਇੱਕ ਇਤਿਹਾਸਕ ਵੈਸੇ ਉਹਦਾ ਸਾਖੀ ਆ, ਉਹਦੀ ਪ੍ਰਤੀਤ ਦਿੱਤੀ ਆ ਇੱਥੇ। ਇਹ ਹਉਮੈ ਬੱਜਰ ਕਪਾਟ ਆ, ਪਰ ਸਾਖੀ ਜਿਹੜੀ ਆ, ਸਾਖੀ ਵੀ ਨਹੀਂ, ਇੱਕ ਕਹਾਣੀ ਆ ਵੀ ਉਹ ਆਪਾਂ ਵੈਸੇ ਉਹਦੇ ਤੋਂ ਜਸਟ ਸਿੱਖਿਆ ਲੈਣੀ ਆ ਕਿ ਵੀ ਬੱਜਰ ਦੇ ਉਹ ਪੱਥਰ ਦੇ ਕਪਾਟ ਹੁੰਦੇ ਸੀਗੇ, ਅਤੇ ਉਹ ਮੰਤਰ ਦੇ ਨਾਲ ਉਹ ਖੋਲ੍ਹਦੇ ਸੀਗੇ। ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਵੀ ਇਹ ਹਉਮੈ ਦੇ ਜਿਹੜੇ ਆ ਕਪਾਟ ਹੈ ਨਾ, ਇਹਨਾਂ ਨੂੰ ਤੋੜ ਦੇ ਸ਼ਬਦ ਦੇ ਨਾਲ। ਅਤੇ ਜਦੋਂ ਕਪਾਟ ਟੁੱਟ ਗਏ
ਤੇ ਇਹਦੇ ਪਿੱਛੇ ਜਿਹੜੀ ਖੇਡ ਆ ਕਪਾਟ ਦੇ, ਉਹ ਫਿਰ ਤੈਨੂੰ ਪਤਾ ਲੱਗੂਗੀ। ਇਹ ਪੱਥਰ ਦੇ ਕਪਾਟ ਕਿਉਂ ਆ, ਹਉਮੈ ਬੱਜਰ ਕਪਾਟ ਕਿਉਂ ਆ? ਕਿਉਂਕਿ ਜਿਹੜੀ ਅੰਦਰ ਦੀ ਜਿਹੜੀ ਖੇਡ ਆ ਉਹ ਬਾਹਰ ਪਤਾ ਨਹੀਂ ਲੱਗ ਰਹੀ। ਇਸੇ ਚੱਕਰ 'ਚ ਜਿਹੜਾ ਇਹ ਮਨ, ਉਹਨੂੰ ਆਪਣਾ ਅੰਦਰਲਾ ਘਰ ਲੱਭਦਾ ਨਹੀਂ, ਕਿਉਂਕਿ ਨਾ ਉਹਨੂੰ ਅੰਦਰੋਂ ਕੋਈ ਆਵਾਜ਼ ਆ ਰਹੀ ਆ, ਨਾ ਕੋਈ ਉਹਨੂੰ ਅੰਦਰੋਂ ਚਾਨਣ ਦਿਖ ਰਿਹਾ ਇਹ ਸ਼ਬਦ ਦਾ, ਅਤੇ ਨਾ ਹੀ ਉਹਨੂੰ ਦਰਸ਼ਨ ਹੋ ਰਿਹਾ, ਭੰਡਾਰ ਪ੍ਰਾਪਤ ਹੋ ਰਿਹਾ। ਹੁਣ ਗੁਰੂ ਸਾਹਿਬ ਕਹਿੰਦੇ ਖੋਲ੍ਹ ਫਿਰ ਇਹਨੂੰ ਸ਼ਬਦ ਦੇ ਨਾਲ। ਬੱਜਰ ਕਪਾਟ ਨਾ ਖੁੱਲ੍ਹਣੀ, ਗੁਰ ਸ਼ਬਦ ਖਲੀਜੇ। ਸ਼ਬਦ ਦੇ ਨਾਲ ਇਹਨੂੰ ਖਿਲਾ। ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ। ਇਹ ਗੁਰੂ ਸਾਹਿਬ ਕਹਿੰਦੇ ਨਾਮ ਦੇ ਨਾਲ ਖੁੱਲ੍ਹਣੀ ਆ। ਉਹ ਅਮੋਲਕ ਦਾਤ ਆ, ਉਹਦੇ ਬਦਲੇ ਤੂੰ ਕੁਛ ਨਹੀਂ ਦੇ ਸਕਦਾ। ਸਰੈਂਡਰ ਕਰ ਸਕਦਾ, ਜਸਟ ਸਰੈਂਡਰ ਵੀ ਕੀ ਆ, ਸਿਰ ਦੇਣਾ ਪੈਣਾ। ਅਤੇ ਜੇ ਸਿਰ ਦੇਣਾ ਪੈਣਾ ਫਿਰ ਮੱਤ ਵੀ ਦੇਣੀ ਪੈਣੀ। ਅਤੇ ਜਦੋਂ ਮੱਤ ਦੇ ਦਿੱਤੀ ਫਿਰ ਵਿਚਾਰ ਵੀ ਗੁਰੂ ਸਾਹਿਬ ਦੀ ਹੋ ਗਈ, ਫਿਰ ਆਪਦੀ ਵਿਚਾਰ ਵੀ ਕੋਈ ਨਹੀਂ ਰਹਿ ਗਈ। ਹਾਂ, ਜੀਵ ਭੁਲੇਖੇ ਖਾਂਦਾ ਹੈ ਬਾਹਰ ਜਦੋਂ ਇੱਥੋਂ ਨਿਕਲਦੇ ਹਾਂ, ਕਿਉਂਕਿ ਇਹ ਗੁਰੂ ਸਾਹਿਬ ਦੀ ਗੋਦ ਆ। ਬਾਹਰ ਮਾਇਆ ਆਪਣਾ ਪਵਨ ਚਲਾਉਂਦੀ ਨਾ ਜਦੋਂ, ਅਤੇ ਉਦੋਂ ਡੋਲਾ ਖਾ ਜਾਂਦਾ ਵਾ ਜੀਵ। ਗੁਰੂ ਸਾਹਿਬ ਕਹਿੰਦੇ ਇਸੇ ਗੱਲ ਕਰਕੇ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ, ਜਲਾਲ ਵਿੱਚ ਰਹੀਂ। ਜਲਾਲ ਕੀ ਆ? ਨਾਮ ਟੁੱਟੇ ਨਾ ਅੰਦਰੋਂ, ਲੜੀ ਟੁੱਟੇ ਨਾ ਨਾਮ ਦੀ। ਵਾਹਿਗੁਰੂ ਵਾਹਿਗੁਰੂ ਸਹਿਜ ਵਿੱਚ ਅੰਦਰ ਚੱਲਦਾ ਰਹੇ, ਅਤੇ ਤਾਂ ਹੀ ਇਹ ਆਪਾਂ ਜਿਹੜਾ ਡੋਲਾ ਖਾਣ ਤੋਂ ਬਚ ਸਕਦੇ ਹਾਂ। ਇਹੀ ਗੁਰੂ ਦੀ ਮੱਤ ਆ ਵੀ ਹਰ ਟਾਈਮ ਜਪ, 8 ਪਹਿਰ ਅਰਾਧੋ। ਬਿਨ ਸ਼ਬਦੇ ਨਾਮ ਨਾ ਪਾਏ ਕੋਈ। ਹੁਣ ਸ਼ਬਦ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਆ, ਗੁਰੂ ਸਾਹਿਬ ਕਹਿੰਦੇ। ਅਤੇ ਸ਼ਬਦ ਕਿਦੋਂ ਮਿਲੂਗਾ? ਅੰਮ੍ਰਿਤ ਸੰਚਾਰ ਵਿੱਚ। ਅਤੇ ਨਾਮ ਕਦੋਂ ਮਿਲੂਗਾ? ਸ਼ਬਦ ਦੀ ਕਮਾਈ ਦੇ ਨਾਲ। ਗੁਰੂ ਸਾਹਿਬ ਨੇ ਇੱਕ ਥਾਂ 'ਤੇ ਲਿਖਿਆ ਵੀ ਹੋਇਆ ਵੀ ਇਹ ਸ਼ਬਦ ਦੀ ਜਿੰਨਾ ਚਿਰ ਕਮਾਈ ਨਹੀਂ ਕਰਦਾ, ਛੁਟਕਾਰਾ ਨਹੀਂ ਹੈ ਤੇਰਾ। ਸ਼ਬਦ ਵੀ ਆਪਾਂ ਲੈ ਕੇ ਸ਼ਬਦ ਦੀ ਕਮਾਈ ਕਰਨੀ ਬਹੁਤ ਜ਼ਰੂਰੀ ਆ। ਗੁਰੂ ਸਾਹਿਬ ਕਿਰਪਾ ਕਰਿਓ। ਇੱਕ ਵਾਰ ਇੱਕ ਸਿੰਘ ਨੂੰ ਨਾ ਇੱਦਾਂ ਹੀ ਮੇਰੇ ਨਾਲ ਡਿਸਕਸ ਹੋਈ ਗੱਲ। ਉਹ ਕਹਿੰਦਾ ਵੀ ਨਾਮ ਦੀ ਦਾਤ ਤਾਂ ਲਈ ਹੋਈ ਸੀ ਅਤੇ ਕੇਅਰ ਨਹੀਂ ਸੀ ਪਰ ਨਾਮ ਦੀ ਦਾਤ ਦੀ। ਅਤੇ ਇੱਦਾਂ ਕੇਸ ਖੁੱਲ੍ਹੇ ਪਿਆ, ਕੰਘਾ ਸਰਾਣੇ ਦੇ ਕੋਲ ਪਿਆ ਵਾ, ਅਤੇ ਕਹਿੰਦਾ ਵੀ ਪਰ ਗੁਰੂ ਸਾਹਿਬ ਤਰਸ ਕਰਦੇ ਆ, ਕਿਉਂਕਿ ਆਪਣਾ ਹੀ ਪੁੱਤਰ ਆ ਨਾ। ਚਾਹੇ ਮਨਮੁਖ ਆ ਗੁਰਮੁਖ ਆ। ਮਨਮੁਖ ਗੁਰਮੁਖ ਕੀ ਆ? ਮਨ ਨੂੰ ਕਿਹਾ ਹੈ ਗੁਰਮੁਖਾਂ ਤੋਂ, ਮਨ ਨੂੰ ਹੀ ਮਨਮੁਖ ਆ। ਅਤੇ ਗੁਰੂ ਸਾਹਿਬ ਨੇ ਤਰਸ ਕੀਤਾ ਉਹਦੇ 'ਤੇ ਵੀ ਉਹਨੂੰ ਵਿਖਾਇਆ ਉਹਦੀ ਆਪਣੀ ਸੱਚਖੰਡ ਦੀ ਸਾਧ ਸੰਗਤ ਵਿਖਾਈ ਉਹਨੂੰ। ਅੰਦਰ ਕੀਰਤਨ ਚੱਲ ਰਿਹਾ ਸੀ। ਕੀਰਤਨ ਦੇ ਵਿੱਚ ਗੁਰੂ ਸਾਹਿਬ ਉਹਨੂੰ ਕਹਿੰਦੇ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਤੇ ਕਹਿੰਦਾ ਉਹ ਅੱਖਾਂ ਖੁੱਲ੍ਹ ਗਈਆਂ ਅੰਦਰ ਉਹ ਸ਼ਬਦ ਸੁਣ ਕੇ। ਕੀਰਤਨ ਜਿੱਦਾਂ ਚੱਲ ਰਿਹਾ ਸੀ ਅੰਦਰ, ਅਤੇ ਅੱਖਾਂ ਇੱਧਰ ਵੀ ਖੁੱਲ੍ਹ ਗਈਆਂ। ਜਦੋਂ ਸਵੇਰ ਹੋਈ ਅਤੇ ਉਹਨੂੰ ਦੇਖਿਆ ਇਹ ਮੈਂ ਕਿੱਥੇ ਪਿਆ ਵਾਂ। ਉਹ ਕਹਿੰਦਾ ਮੈਂ ਇੱਥੇ ਪਿਆ ਹੋਇਆ ਵਾਂ ਗੁਰੂ ਸਾਹਿਬ। ਉਹ ਬਾਅਦ ਵਿੱਚ ਨਾ ਇੱਦਾਂ ਪੁੱਛਣ ਦੱਸਣ ਲੱਗ ਗਿਆ ਇੱਕ ਦੂਜੇ ਨੂੰ, ਅਤੇ ਉਹਨੂੰ ਫਿਰ ਸੋਝੀ ਪਾਈ ਗੁਰੂ ਸਾਹਿਬ ਨੇ ਕਿ ਵੀ ਨਾਮ ਦੀ ਜਿਹੜੀ ਤੂੰ ਦਾਤ ਲੈ ਕੇ ਰੱਖੀ ਹੋਈ ਹੈ ਨਾ, ਇਹਨੂੰ ਵਰਤ। ਅਸ਼ਾਸਤਰ ਸਿਮਰਤੀਆਂ, ਸੁਰ ਨਰ ਮੁੰਜਣ ਅੰਮ੍ਰਿਤ ਖੋਜਦੇ, ਇਹ ਸਾਰੇ ਸੁਰ ਨਰ ਦੇਵਾ ਜਿਹੜੇ ਵੀ ਆ, ਇਹ ਗੁਰੂ ਸਾਹਿਬ ਕਹਿੰਦੇ ਇਹ ਤਾਂ ਲੱਭਦੇ ਫਿਰਦੇ ਨਾਮ ਦੀ ਦਾਤ ਨੂੰ, ਅਤੇ ਤੂੰ ਨਾਮ ਦੀ ਦਾਤ ਨੂੰ ਲੈ ਕੇ, ਹੀਰੇ ਨੂੰ ਲੈ ਕੇ ਜੇਬ 'ਚ ਪਾਇਆ ਵਾ, ਪਰ ਜਪਦਾ ਹੈ ਨਹੀਂ। ਇਹ ਸਾਰਿਆਂ ਵਾਸਤੇ ਆ ਸਿੱਖਿਆ। ਇਹ ਇਕੱਲੀ ਇੱਕ ਸਟਾਰਟਿੰਗ ਵਾਲੇ ਬੰਦੇ ਵਾਸਤੇ ਨਹੀਂ ਗੀ ਸਿੱਖਿਆ ਗੁਰੂ ਦੀ, ਕਿਉਂਕਿ ਯਾਤਰਾ ਬਹੁਤ ਲੰਮੀ ਆ। ਗੁਰੂ ਸਾਹਿਬ ਕਿਰਪਾ ਕਰਨ ਅਤੇ ਇੱਕ ਛਿਣ 'ਚ ਮਿਲਾ ਲੈਣ। ਜੀਵਨ ਵੀ ਗੁਰੂ ਸਾਹਿਬ ਨੇ ਬਣਾਉਣਾ ਹੈ ਨਾ, ਯਾਤਰਾ ਦੇ ਵਿੱਚ ਟੈਸਟ ਪੈਣੇ ਆ। ਗੁਰ ਕਿਰਪਾ ਮਨ ਵਸਾਵਣਿਆ, ਗੁਰੂ ਦੀ ਕਿਰਪਾ ਦੇ ਨਾਲ ਹੀ ਮਨ 'ਚ ਵਸੂਗਾ। ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ। ਗੁਰੂ ਸਾਹਿਬ ਕਹਿੰਦੇ
ਮਨ 'ਚ ਵਸਣ ਵਾਸਤੇ ਕੁਛ ਕਰਨਾ ਪੈਣਾ। ਗੁਰੂ ਦਾ ਗਿਆਨ ਆ ਜਿਹੜਾ, ਉਹ ਜ਼ਰਾ ਸੁਰਮਾ ਅੱਖਾਂ ਵਿੱਚ ਪਾ। ਹੁਣ ਗੁਰੂ ਸਾਹਿਬ ਦੇ ਗਿਆਨ ਦਾ ਸੁਰਮਾ ਕੀ ਕਹਿੰਦਾ? ਗੁਰੂ ਸਾਹਿਬ ਕਹਿੰਦੇ ਭੈਕੀਆਂ ਦੇ ਸਲਾਈਆਂ ਨੈਣੀ, ਭੈ ਧਾਰਨ ਕਰ ਅੰਦਰ। ਆਪਾਂ ਡੋਲਦੇ ਹਾਂ, ਆਪਾਂ ਉਦੋਂ ਭੈ ਨਹੀਂ ਧਾਰਨ ਕਰਦੇ। ਜੇ ਭੈ ਧਾਰਨ ਕਰੀਏ ਉਸੇ ਵੇਲੇ ਗੁਰੂ ਸਾਹਿਬ ਆਪਾਂ ਨੂੰ ਵਾਪਸ ਲੈ ਆਉਂਦੇ ਅੰਦਰ ਕਿ ਪਾਤਸ਼ਾਹ ਹੀ ਰੁਲ ਗਏ। ਇੱਦਾਂ ਹੀ ਰੁਲਦਿਆਂ ਗਿਆਨ ਆਉਂਦਿਆਂ ਅਤੇ ਡਰ ਧਾਰਨ ਕਰਦਿਆਂ ਜੀਵਨ ਬਣਦਾ। ਇਹ ਸਹਿਜ ਦੀ ਖੇਡ ਆ, ਇੱਕ ਦਿਨ ਵਿੱਚ ਨਹੀਂ ਬਣ ਸਕਦਾ। ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ। ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਚਾਨਣ ਹੋ ਜਾਊਗਾ ਜਦੋਂ ਗਿਆਨ ਲਏਗਾ ਗੁਰੂ ਦਾ। ਅੰਧੇਰਾ ਛਾਇਆ ਪਿਆ ਹੈ ਮਾਇਆ ਦਾ। ਗੁਰੂ ਸਾਹਿਬ ਕਹਿੰਦੇ ਮਾਇਆ ਪਰੇ ਹੋ ਜਾਣੀ ਆ, ਚਾਨਣ ਤੇਰੇ ਅੰਦਰ ਹੋ ਜਾਣਾ ਨਾਮ ਦਾ। ਇਹੀ ਗੁਰੂ ਸਾਹਿਬ ਕਹਿੰਦੇ ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ। ਵੀ ਹਨੇਰੇ ਵਿੱਚ ਇੱਕ ਦੀਵਾ ਚਾਹੀਦਾ ਹੁੰਦਾ ਏ। ਜੋ ਦੀਵਾ ਨਾ ਹੋਵੇ ਆਪਾਂ ਵਸਤੂ ਤੱਕ ਪਹੁੰਚ ਨਹੀਂ ਸਕਦੇ। ਹੁਣ ਇੱਥੇ ਵਸਤੂ ਨਾਮ ਦੀ ਪ੍ਰਾਪਤੀ, ਨਾਮੀ ਦੀ ਪ੍ਰਾਪਤੀ। ਨਾਮ ਦੇ ਪਿੱਛੇ ਨਾਮੀ ਆ। ਨਾਮੀ ਕੌਣ ਆ? ਗੁਰੂ ਸਾਹਿਬ ਆ। ਪਹਿਲਾਂ ਸ਼ਬਦ ਲਿਆ ਏ, ਦਾਤ ਲਈ ਆ, ਫਿਰ ਨਾਮ ਜਪਦੇ ਨਾਮੀ ਤੱਕ ਪਹੁੰਚੇ ਆ। ਇਹ ਗੁਰੂ ਸਾਹਿਬ ਕਹਿੰਦੇ ਜਦੋਂ ਤੈਨੂੰ ਆਪਣਾ ਪਿਤਾ ਮਿਲ ਗਿਆ, ਸਾਰੇ ਸੁੱਖ ਪ੍ਰਾਪਤ ਹੋ ਜਾਣੇ ਆ। ਤੇਰੇ ਅੰਦਰ ਚਾਨਣ ਹੋ ਜਾਣਾ ਵੀ ਤੂੰ ਵੀ ਅਮਰ ਆ, ਤੂੰ ਵੀ ਮਰਨ ਵਾਲਾ ਨਹੀਂ ਆ। ਤੇਰੇ ਭਰਮ ਕੱਟੇ ਜਾਣੇ ਆ, ਭੁਲੇਖੇ ਦੂਰ ਹੋ ਜਾਣੇ ਆ। ਵਾਹਿਗੁਰੂ। ਜੋਤੀ ਜੋਤ ਮਿਲੀ ਮਨ ਮਾਨਿਆ। ਜੋਤੀ ਜੋਤ ਮਿਲੀ ਗੁਰੂ ਸਾਹਿਬ ਦੇ ਨਾਲ ਜਦੋਂ ਜੀਵ ਮਿਲਿਆ, ਉਦੋਂ ਮਨ ਮੰਨਦਾ ਪੂਰਨ। ਪਹਿਲਾਂ ਤਾਂ ਟੱਕਰਾਂ ਵੀ ਆ, ਪਹਿਲਾਂ ਅਲੂਣੀ ਸਿੱਲ ਵਾਂਗੂ ਇਹਨੂੰ ਚੱਟਣਾ ਵੀ ਪੈਣਾ ਵਾ ਕਿ ਰਸ ਨਹੀਂ ਆ ਰਿਹਾ, ਪਰ ਰਸ ਆਊਗਾ। ਗੁਰੂ ਸਾਹਿਬ ਦੀ ਗਰੰਟੀ ਆ ਗੁਰੂ ਸਾਹਿਬ ਦੀ। ਉਹਦੇ ਵਿੱਚ ਉਹ ਗਰੰਟੀ ਦੇ ਵਾਸਤੇ ਕੰਡੀਸ਼ਨਸ ਆ। ਅੰਮ੍ਰਿਤ ਰਸ ਜਿਹੜਾ ਹੈ ਨਾ, ਉਹ ਪ੍ਰਾਪਤ ਹੋਣ 'ਚ ਕੋਈ ਪ੍ਰੋਬਲਮ ਨਹੀਂ ਗੀ, ਪਰ ਉਹਦੇ ਵਿੱਚ ਪ੍ਰੋਬਲਮ ਇਹ ਆ ਵੀ ਆਪਣਾ ਜਿਹੜਾ ਪ੍ਰੋਸੀਜਰ ਆ ਉਹ ਬੜਾ ਔਖਾ ਏ। ਗੁਰੂ ਸਾਹਿਬ ਨੇ ਦੱਸ ਦਿੱਤਾ, ਗੁੜ ਕਰ ਗਿਆਨ ਧਿਆਨ ਕਰ ਧਾਵੇ। ਵੀ ਗਿਆਨ ਵੀ ਲੈ ਗੁਰੂ ਸਾਹਿਬ ਤੋਂ ਕਿ ਆਪਣੇ ਮਨ ਨੂੰ ਸਮਝਾ ਸਕੇ। ਧਿਆਨ ਵੀ ਲਾ ਸ਼ਬਦ ਦਾ। ਕਰਨੀ ਕਸ ਪਾਈਏ, ਅਤੇ ਕਰਨੀ ਵੀ ਲਿਆਉਣੀ ਪੈਣੀ ਜੀਵਨ 'ਚ। ਜਿੰਨਾ ਚਿਰ ਕਰਨੀ ਨਹੀਂ ਗੀ, ਉਹ ਜਿੰਨਾ ਚਿਰ ਕਸ ਨਾ ਪਾਈਏ ਉਹਨਾਂ ਚਿਰ ਮਹੂਆ ਤਿਆਰ ਨਹੀਂ ਹੁੰਦਾ। ਜਿਹੜਾ ਮਹਾਰਾਜ ਨੇ ਕਿਹਾ ਵੀ ਅਸਲੀ ਨਸ਼ਾ ਜਿਹੜਾ ਹੈ ਨਾ, ਉਹ ਨਾਮ ਦਾ ਹੈ। ਹੁਣ ਜੀਵ ਨੂੰ ਜਿਹੜਾ ਮਨਮੁਖ ਜੀਵ ਆ ਨੋਰਮਲ, ਉਹਨੂੰ ਨਸ਼ਾ ਚਾਹੀਦਾ ਵਾ, ਚਾਹੇ ਉਹ ਕਿਸੇ ਪ੍ਰਕਾਰ ਦਾ ਵੀ ਨਸ਼ਾ ਹੋਵੇ। ਇੱਕ ਭਾਈ ਸਾਹਿਬ ਨੇ ਦੱਸਿਆ, ਕਹਿੰਦੇ ਇਹਨੂੰ ਤਾਂ ਸੱਪ ਵੀ ਲੜਾ ਲਈਏ ਨਾ, ਅਤੇ ਉਹਦੇ ਵਿੱਚ ਜੇ ਨਸ਼ਾ ਹੈ ਨਾ, ਇਹ ਕਹਿੰਦਾ ਮੈਨੂੰ ਉਹ ਵੀ ਲੜ ਜੇ, ਕੋਈ ਚੱਕਰ ਨਹੀਂ। ਇੰਨਾ ਭੁੱਖਾ ਇਹ ਨਸ਼ੇ ਦਾ, ਸਰੂਰ ਚਾਹੀਦਾ ਇਹਨੂੰ। ਅਤੇ ਗੁਰੂ ਸਾਹਿਬ ਨੂੰ ਪਤਾ ਇਹ ਸਰੂਰ ਤੋਂ ਬਿਨਾਂ ਰਹਿ ਨਹੀਂ ਸਕਦਾ। ਅਤੇ ਅਸਲੀ ਗੁਰੂ ਸਾਹਿਬ ਕਹਿੰਦੇ ਸਰੂਰ ਜਿਹੜਾ ਨਾ, ਉਹ ਨਾਮ ਦਾ ਏ, ਉਹ ਪ੍ਰਾਪਤ ਕਰ। ਉਹ ਕੀ ਆ? ਸਰੂਰ ਅੰਮ੍ਰਿਤ ਰਸ। ਕਰਨੀ ਦੇ ਕਸ ਜਿਹੜੇ ਉਹ ਵਿੱਚ ਪਾਵਾਂਗੇ ਜਦੋਂ, ਅਤੇ ਫਿਰ ਗੁਰੂ ਸਾਹਿਬ ਕਹਿੰਦੇ ਤੇਰੇ ਅੰਦਰ ਅੰਮ੍ਰਿਤ ਰਸ ਪੈਦਾ ਹੋਣਾ। ਪਾਠੀ ਭਵਨ ਪ੍ਰੇਮ ਕਾ ਪੋਚਾ। ਆ ਸਰੀਰ ਦੇ ਉੱਤੇ ਜਿਹੜਾ ਨਾ ਸ਼ਬਦ ਦੇ ਨਾਲ ਪ੍ਰੇਮ ਦਾ ਪੋਚਾ ਲਾਉਣਾ ਪੈਣਾ ਵਾ। ਆ ਸਰੀਰ ਨੂੰ ਭੱਠੀ ਬਣਾ ਕੇ ਫਿਰ ਉਹਦੇ ਵਿੱਚੋਂ ਅੰਮ੍ਰਿਤ ਰਸ ਨਿਕਲਣਾ। ਹੁਣ ਇਹ 5 ਚੀਜ਼ਾਂ ਹੋਣਗੀਆਂ ਅਤੇ ਫਿਰ ਆਪਾਂ ਨੂੰ ਅੰਮ੍ਰਿਤ ਰਸ ਪ੍ਰਾਪਤ ਹੋਣਾ। ਕੋਈ ਨਾ ਕੋਈ ਚੀਜ਼ ਮਿਸਿੰਗ ਆ ਕਿਸੇ ਨਾ ਕਿਸੇ ਪ੍ਰਤੀ, ਕਿਸੇ ਨਾ ਕਿਸੇ ਚੀਜ਼ ਵਾਸਤੇ, ਅਤੇ ਉਹ ਤਾਂ ਕਰਕੇ ਅੰਮ੍ਰਿਤ ਰਸ ਆ ਨਹੀਂ ਰਿਹਾ। ਗੁਰੂ ਸਾਹਿਬ ਨੂੰ ਪਤਾ ਹੈ ਜਾਂ ਜੀਵ ਨੂੰ ਪਤਾ ਹੈ। ਜੇ ਜੀਵ ਨੂੰ ਪਤਾ ਹੈ ਤਾਂ ਉਹ ਆਪਣੇ ਗੁਰੂ ਸਾਹਿਬ ਅੱਗੇ ਹੱਥ ਜੋੜੇ, ਇਹਨੂੰ ਪ੍ਰਾਪਤ ਕਰੇ। ਗੁਰੂ ਸਾਹਿਬ ਕਹਿੰਦੇ ਸਰੀਰਨ ਭਾਲਣ ਕੋ ਬਾਹਰ ਜਾਏ। ਸਰੀਰ ਦੇ ਅੰਦਰੋਂ ਭਾਲ, ਬਾਹਰ ਕੀ ਕਰਨ ਜਾ ਰਹੇ ਆ? ਬਾਹਰ ਨਹੀਂ ਆ, ਅੰਦਰ ਆ ਭੰਡਾਰਾ ਖੁੱਟ। ਨਾਮ ਨਾ ਲਹੇ ਬਹੁਤ ਵਿਗਾਰ ਦੁੱਖ ਪਾਏ।
ਹੁਣ ਜੇ ਨਾਮ ਨਹੀਂ ਲੈਂਦਾ, ਆਪਾਂ ਇੱਦਾਂ ਹੀ ਜੀਵਨ ਕੱਟ ਦਿੰਦੇ ਹਾਂ ਨਾਮ ਤੋਂ ਬਿਨਾਂ। ਨਾਮ ਨਹੀਂ ਜਪਦੇ, ਇੱਦਾਂ ਹੀ ਜੀਵਨ ਕੱਟ ਦਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਵਿਗਾਰ ਦੁੱਖ ਪਾਏਗਾ, ਦੁੱਖਾਂ ਦੇ ਦੁੱਖ ਪਾਏਗਾ। ਹੁਣ ਦੁੱਖਾਂ ਦੇ ਦੁੱਖ ਕਿਉਂ ਪਾਏਗਾ? ਕਿਉਂਕਿ ਦੁੱਖ ਸੁੱਖ ਆ ਜਿਹੜੇ ਇਹ ਗੁਰੂ ਸਾਹਿਬ ਦੇਣ ਵਾਲੇ ਆ। ਹੁਣ ਤੇਰੇ ਕਰਮਾਂ ਕਰਕੇ ਮਿਲਦੇ ਆ ਤੈਨੂੰ। ਸ਼ਬਦ ਇੱਕ ਗੁਰੂ ਸਾਹਿਬ ਨੇ ਇੱਕ ਦਿਨ ਦਿਖਾਇਆ ਤੇ ਡਰ ਲੱਗਣ ਲੱਗ ਗਿਆ। ਗੁਰੂ ਸਾਹਿਬ ਕਹਿੰਦੇ ਇਸੇ ਬਾਣੀ ਦੇ ਪਹਿਲਾਂ ਉਹ ਸ਼ਬਦ ਆਉਂਦਾ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ। ਉਹਨਾਂ ਦੇ ਮੱਥੇ ਗੁਰੂ ਸਾਹਿਬ ਕਹਿੰਦੇ ਕਾਲੇ ਹੋਏ ਪਏ ਆ। ਜੇ ਗੁਰੂ ਸਾਹਿਬ ਤੋਂ ਮੂੰਹ ਆਪਾਂ ਫੇਰਦੇ ਹਾਂ, ਇੰਨਾ ਸੰਤਾਪ ਆ। ਤੇ ਉਹ ਮੱਥੇ ਕਾਲੇ। ਤੇ ਅਗਲੀ ਪੰਕਤੀ ਵਿਸਰ ਗਿਆ। ਉਹ ਪੰਕਤੀ ਗੁਰੂ ਸਾਹਿਬ ਕਹਿੰਦੇ ਸੁੱਖ ਨਹੀਂ ਮਿਲ ਸਕਦਾ ਉਹਨੂੰ ਸੁਪਨੇ ਤੱਕ, ਸੁਪਨੇ ਵਿੱਚ ਵੀ ਇੰਨਾ ਦੁੱਖ। ਉਹ ਵਿਗਾਰ ਦੁੱਖ ਆ। ਜੰਮ ਜਾਉਂਦਾ ਨਾ ਜਦੋਂ, ਉਹ ਵਿਗਾਰ ਦੁੱਖ ਆ। ਉਹ ਤਸੀਹੇ ਵਰਗਾ ਦੁੱਖ ਆ। ਤਸੀਹੇ ਜਦੋਂ ਜੀਵ ਨੂੰ ਮਿਲਦੇ ਆ ਮਾਇਆ ਵੱਲੋਂ, ਜਿਹਨੂੰ ਮਿੱਠੀ ਕਰਕੇ ਮਾਨੀ ਬੈਠੇ ਆ, ਪਰ ਉਹਦੇ ਜਿਹੜੇ ਮਾਇਆ ਦਾ ਜਿਹੜਾ ਡੰਡਾ ਹੈ, ਜਿਹੜਾ ਜਮਾਂ ਦਾ ਉੱਤੇ, ਉਹ ਗੁਰੂ ਸਾਹਿਬ ਕਹਿੰਦੇ ਵਿਗਾਰ ਦੁੱਖ ਪ੍ਰਾਪਤ ਕਰੇਗਾ ਜੇ ਤੂੰ ਨਾਮ ਨੂੰ ਨਹੀਂ ਲੈਂਦਾ। ਇਹ ਸਾਰਿਆਂ ਵਾਸਤੇ ਆ ਸਿੱਖਿਆ, ਕਿਸੇ ਇੱਕ ਵਾਸਤੇ ਨਹੀਂ। ਨਾਮ ਦੀ ਦਾਤ ਲੈਣ ਤੋਂ ਬਾਅਦ ਵੀ ਜੇ ਨਾਮ ਨਹੀਂ ਜਪਦੇ, ਆਪਾਂ ਨੂੰ ਸੁਚੇਤ ਹੋਣਾ ਚਾਹੀਦਾ ਇਸ ਪ੍ਰਤੀ। ਹੁਣ ਸਾਰੀ ਖੇਡ ਗੁਰੂ ਸਾਹਿਬ ਕਹਿੰਦੇ ਸੰਗਤ ਨਾਲ ਜੁੜੀ ਆ। ਹੁਣ ਨਹੀਂ ਜਪਿਆ ਜਾਂਦਾ ਨਾ, ਇਹ ਖੁੱਟ ਆ। ਗੁਰੂ ਸਾਹਿਬ ਕਹਿੰਦੇ ਹਾਂ ਇਹ ਮੈਂ ਆਪ ਮੰਨਦਾ, ਇਹ ਖੁੱਟ ਧੰਨ ਆ। ਪਰ ਗੁਰੂ ਸਾਹਿਬ ਕਹਿੰਦੇ ਸਾਧ ਸੰਗਤ ਦੇ ਵਿੱਚ ਇਹਦੀ ਖੱਟੀ ਕੀਤੀ ਜਾ ਸਕਦੀ ਆ। ਜਿਹੜੇ ਤੇਰੇ ਮਨ ਵਿੱਚ ਜਿਹੜਾ ਬਲ ਚਾਹੀਦਾ ਹੈ ਨਾਮ ਜਪਣ ਲਈ, ਉਹ ਨਹੀਂ ਹੁੰਦਾ ਜੀਵ ਕੋਲ। ਪਰ ਜਦੋਂ ਸਾਧ ਸੰਗਤ ਵਿੱਚ ਆ ਕੇ ਬੈਠਦਾ, ਉਹ ਆਟੋਮੈਟਿਕ ਨਾਮ ਧੰਨ ਇੰਨਾ ਇਕੱਠਾ ਹੋ ਜਾਂਦਾ, ਉਹਨੂੰ ਬਲ ਇੰਨਾ ਲਾਉਣਾ ਨਹੀਂ ਪੈਂਦਾ। ਪਰ ਗੁਰੂ ਸਾਹਿਬ ਦੀ ਝੋਲੀ 'ਚ ਨਾਮ ਧੰਨ ਪਾ ਦਿੰਦੇ ਆ। ਹੁਣ ਹਰੇਕ ਚੀਜ਼ ਦਾ ਸਲਿਊਸ਼ਨ ਹੈਗਾ, ਪਰ ਸਲਿਊਸ਼ਨ ਵਾਸਤੇ ਆਪਾਂ ਜਾਂਦੇ ਹਾਂ, ਅੱਗੇ ਹੋ ਕੇ ਝੋਲੀ ਕਰਦੇ ਹਾਂ। ਇਹ ਡਿਪੈਂਡ ਕਰਦਾ, ਆਪਾਂ ਤਰਲੇ ਮਾਰਦੇ ਹਾਂ ਗੁਰੂ ਸਾਹਿਬ ਅੱਗੇ ਜਦੋਂ ਮਾਇਆ ਆਪਾਂ ਨੂੰ ਖਿੱਚਦੀ ਆ। ਕਿਉਂਕਿ ਉਹ ਤਾਂ ਗੁਰੂ ਸਾਹਿਬ ਨੇ ਡਿਊਟੀ ਲਾਈ ਆ। ਗੁਰੂ ਸਾਹਿਬ ਕਹਿੰਦੇ ਤੇਰੀ ਮੈਂ ਕਬੱਡੀ ਵੇਖਣੀ ਆ। ਛਿੰਝ ਜਿਹੜੀ ਇਹ ਬਣਾਈ ਹੈ ਨਾ 5 ਦੂਤਾਂ ਦੀ, ਪਰ ਗੁਰੂ ਸਾਹਿਬ ਕਹਿੰਦੇ ਮੈਂ ਤੈਨੂੰ ਥਾਪੜਾ ਦੇਣਾ ਪਿੱਛੇ। ਉੱਧਰੋਂ ਉਹਨਾਂ ਨੂੰ ਮੈਂ ਨਿਹੱਥੇ ਕਰ ਦੇਣਾ। ਉਹ ਮਹਾਬਲੀ ਨੇ, ਪਰ ਮੈਂ ਉਹਨਾਂ ਨੂੰ ਨਿਹੱਥੇ ਕਰ ਦੂੰਗਾ। ਪਰ ਲੜਨਾ ਤੈਨੂੰ ਪਊਗਾ, ਲੜਨਾ ਪਊਗਾ। ਤੇ ਉਹ ਲੜਨਾ ਕੀ ਆ? ਗੁਰੂ ਸਾਹਿਬ ਨੇ ਜਦੋਂ ਕੰਡ 'ਤੇ ਥਾਪੀ ਦਿੱਤੀ ਤੇ ਨਾਮ ਚੱਲ ਪੈਣਾ, ਤੇ ਉਹ ਵਕਾਰਾਂ ਨੇ ਭੱਜ ਜਾਣਾ, ਵਕਾਰਾਂ ਨੇ ਭੱਜ ਜਾਣਾ। ਇਹ ਖੇਡ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆ। ਆਪਾਂ ਇਹਦੇ ਵਿੱਚ ਕੋਈ ਮਾਣ ਨਹੀਂ ਕਰ ਸਕਦੇ ਕਿ ਮੈਂ ਵਕਾਰਾਂ ਨੂੰ ਥੱਲੇ ਲਾ ਕੇ ਬੈਠਾ ਨਾ। ਗੁਰੂ ਸਾਹਿਬ ਚਾਹੁਣ ਤੇ 1 ਮਿੰਟ 'ਚ ਪਲਟਾ ਮਰਾ ਦੇਣ। ਬਾਕੀ ਅਰਦਾਸ ਬੇਨਤੀਆਂ ਹੀ ਆ ਗੁਰੂ ਸਾਹਿਬ ਅੱਗੇ ਕਿ ਨਾ ਹੀ ਇਹ ਵਿਕਾਰਾਂ ਦੇ ਨਾਲ ਆਪਣੀ ਪੇਸ਼ੀ ਹੋਵੇ, ਕਿਉਂਕਿ ਆਪਣੇ ਵਿੱਚ ਬਲ ਬਹੁਤ ਘੱਟ ਆ। ਇਹ ਤਾਂ ਗੁਰੂ ਸਾਹਿਬ ਦਾ ਬਲ ਜਦੋਂ ਆਪਣੇ ਕੋਲ ਹੋਵੇ ਫਿਰ ਇਹਨਾਂ ਨਾਲ ਲੜ ਸਕਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਇਹ ਬਲ ਆਪਣਾ ਅੰਦਰ ਦੇ ਕੇ ਰੱਖਣ। ਮਨਮੁਖ ਅੰਧੇ ਸੂਝੇ ਨਾਹੀਂ, ਫਿਰ ਘਿਰ ਆਏ ਗੁਰਮੁਖ ਵੱਥ ਪਾਵਣਿਆ। ਗੁਰੂ ਸਾਹਿਬ ਕਹਿੰਦੇ ਪਹਿਲੀ ਗੱਲ ਤਾਂ ਇਹ ਕੋਈ ਵੀ ਮੇਰਾ ਵੀਰ ਇਹ ਗੁੱਸਾ ਨਾ ਕਰੇ ਵੀ ਮੈਨੂੰ ਮਨਮੁਖ ਕਿਹਾ ਹੈ। ਨਹੀਂ, ਤੁਸੀਂ ਸਾਡੇ ਭਰਾ ਹੋ, ਵੱਡੇ ਹੋ, ਪਿਆਰੇ ਹੋ, ਗੁਰੂ ਦੀ ਸੰਗਤ ਆ। ਗੁਰੂ ਸਾਹਿਬ ਦਾ ਹੁਕਮ ਆ ਸਾਰਿਆਂ ਨੂੰ ਇੱਕ ਰੂਪ ਹੋ ਕੇ ਜਾਣਨਾ ਵਾ। ਪਰ ਗੁਰੂ ਸਾਹਿਬ ਕਹਿੰਦੇ ਵੀ ਫਿਰ ਵੀ ਇਹ ਜਿਹੜੀ ਖੇਡ ਤਾਂ ਹੈ ਨਾ, ਇਹ ਖੇਡ ਨੂੰ ਸਮਝਣਾ ਤਾਂ ਪੈਣਾ ਹੀ ਹੈ ਨਾ ਪੁੱਤਰ। ਤੇ ਜੇ ਮਨਮੁਖ ਆ, ਮਨ ਪਿੱਛੇ ਲੱਗਿਆ ਹੈ, ਤੇ ਤੂੰ ਅੰਨਾ ਹੈ, ਤੈਨੂੰ ਸੁੱਝਣਾ ਨਹੀਂ ਕੁਛ। ਹੁਣ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਇਹਨੂੰ ਮਿੱਠਾ ਕਰਕੇ ਲਾਈਏ ਆਪਣੇ ਮਨ 'ਤੇ। ਤੇ ਗੁਰੂ ਸਾਹਿਬ ਕੀ ਕਹਿੰਦੇ ਆ? ਗੁਰੂ ਸਾਹਿਬ ਕਹਿੰਦੇ ਮਨਮੁਖ ਅੰਧੇ ਸੂਝੇ ਨਾਹੀਂ। ਉਹਨੂੰ ਸੁੱਝਦਾ ਹੀ ਨਹੀਂਗਾ ਕਿ ਗੁਰੂ ਸਾਹਿਬ ਜੀ ਤੁਸੀਂ ਮੈਨੂੰ ਕੀ ਦਾਤ ਦੇਣੀ ਚਾਹੁੰਦੇ ਹੋ, ਕਿਉਂ ਦੇਣੀ ਚਾਹੁੰਦੇ ਹੋ, ਕਿੱਥੇ ਲੈ ਕੇ ਜਾਣਾ ਚਾਹੁੰਦੇ ਹੋ, ਉੱਥੇ ਜਾ ਕੇ ਮੈਂ ਕੀ ਕਰਨਾ, ਉੱਥੇ ਜਾਣ ਤੋਂ ਪਹਿਲਾਂ ਇੱਥੇ ਮੈਂ ਕਿਵੇਂ ਤਿਆਰ ਹੋਣਾ ਉਸ ਦਾਤ ਲਈ। ਗੁਰੂ ਸਾਹਿਬ ਕਹਿੰਦੇ ਉਹਨੂੰ ਸੋਝੀ ਨਹੀਂ ਗੀ।
ਉਹ ਫਿਰ ਉਹ ਘੇਰਾ ਖਾ ਕੇ ਘੁੰਮ ਘੁਮਾ ਕੇ ਵਾਰ-ਵਾਰ ਜੀਵਨ ਉਹਨੂੰ ਮਿਲੀ ਜਾਂਦਾ ਏ। ਜੰਮ ਨੂੰ ਜੋਈ ਜਾਂਦੇ ਆ, ਫਿਰ ਜੀਵਨ ਮਿਲ ਜਾਂਦਾ, ਫਿਰ ਜੰਮ ਜੋਈ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਪਰੰਤੂ ਗੁਰਮੁਖ ਜਦੋਂ ਹੋ ਜਾਂਦਾ, ਮਨ ਗੁਰਮੁਖ ਹੋ ਜਾਂਦਾ ਜਦੋਂ, ਉਹ ਵੱਥ ਪਾ ਲੈਂਦਾ ਏ। ਵੱਥ ਹੁਣ ਗੁਰੂ ਸਾਹਿਬ ਕਹਿੰਦੇ ਵੱਥ ਵਾ ਨਾਮ ਦੀ, ਅਤੇ ਨਾਮ ਦੀ ਵੱਥ ਖੜੀ ਆ ਗੁਣਾਂ ਦੇ ਉੱਤੇ, ਅਤੇ ਗੁਣ ਖੜੇ ਆ ਸਾਧ ਸੰਗਤ ਵਿੱਚ। ਇੱਥੋਂ ਗੁਣ ਇਕੱਠੇ ਕਰਾਂਗੇ, ਇੱਥੋਂ ਸੋਝੀ ਲਵਾਂਗੇ, ਫਿਰ ਵੱਥ ਇਕੱਠੀ ਹੋਊਗੀ, ਅਤੇ ਫਿਰ ਘਿਰ ਜਿਹੜਾ ਏ ਇਹ ਮੁੱਕਣਾ ਹੈ। ਇਹ ਸਮਝੇ, ਇਹ ਫਿਰ ਘਿਰ ਆਪਣਾ ਤਾਂ ਮੁੱਕਣਾ ਹੈ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਗੁਰੂ ਦੀ ਕਿਰਪਾ ਦੇ ਨਾਲ ਆਪਾਂ ਨਾਮੀ ਤੱਕ ਪਹੁੰਚ ਸਕਦੇ ਹਾਂ। ਸੱਚਾ ਜਿਹੜਾ, ਉੱਥੇ ਜਾ ਕੇ ਜੀਵ ਨੂੰ ਪਤਾ ਲੱਗਣਾ ਵੀ ਇਹ ਗੁਰੂ ਸਾਹਿਬ ਹੀ ਆ, ਕਿਉਂਕਿ ਹਰ ਅਤੇ ਗੁਰ ਦੋਵੇਂ ਇੱਕ ਹੀ ਨੇ। ਗੁਰ ਪਰਮੇਸ਼ਰ ਇੱਕ ਹੋ ਜਾਣ, ਉਹ ਗੁਰੂ ਸਾਹਿਬ ਨੇ ਗੁਪਤ ਕਲਾ ਰੱਖੀ ਆ। ਪਰ ਜਦੋਂ ਗੁਰੂ ਸਾਹਿਬ ਅੰਦਰ ਕਿਰਪਾ ਕਰਦੇ ਆ, ਸਤਿਗੁਰ ਸੇਵਾ 'ਤੇ ਪ੍ਰਗਟ ਹੋਈ, ਉਹ ਗੁਰੂ ਸਾਹਿਬ ਕਹਿੰਦੇ ਸੇਵਾ ਦੇ ਨਾਲ ਪ੍ਰਗਟ ਹੁੰਦੀ ਖੇਡ। ਸੇਵਾ ਕਿਹੜੀ ਆ? ਸੇਵਾ ਸੰਗਤ ਦੀ ਸੇਵਾ ਵੀ ਸੇਵਾ ਵਾ, ਉਹ ਸੇਵਾ ਕਰਦੇ ਆ, ਨਾਲ ਨਾਮ ਜਪਦੇ ਆ, ਅਸਲੀ ਸੇਵਾ ਹੈ। ਪਰ ਸੇਵਾ ਜਿਹੜੀ ਜਦੋਂ ਆਪਾਂ ਅੱਖਾਂ ਬੰਦ ਕਰਕੇ ਜੀਭ ਦੇ ਨਾਲ ਚਿੱਤ ਜੋੜ ਕੇ ਪਿਆਰ ਨਾਲ, ਬੜੇ ਸਹਿਜ ਦੇ ਨਾਲ, ਰੰਗ ਵਿੱਚ ਹਰ ਨਾਮ ਜਿਹੜਾ ਹੈ ਨਾ, ਇਹ ਗੁਰੂ ਸਾਹਿਬ ਕਹਿੰਦੇ ਬੜੇ ਪਿਆਰ ਦੇ ਨਾਲ ਆਵਾਜ਼ ਦੇ। ਇਹ ਬਹੁਤ ਅਮੋਲਕ ਦਾਤ ਆ, ਇੱਕ ਹੀਰਾ ਝੋਲੀ ਦੇ ਵਿੱਚ ਆ ਕੇ ਡਿੱਗਣਾ ਹੈ। ਇੱਕ ਵਾਰੀ ਵਾਹਿਗੁਰੂ ਕਹਿੰਦੇ ਆ, ਅਤੇ ਗੁਰੂ ਸਾਹਿਬ ਉਹੀ ਕਹਿੰਦੇ ਵੀ ਗੁਰੂ ਦੀ ਕਿਰਪਾ ਦੇ ਨਾਲ ਇਹ ਤੈਨੂੰ ਪ੍ਰਾਪਤ ਹੋਣਾ ਹੈ ਨਾਮ। ਮਨ ਤਨ ਵੇਖੇ ਹਉਮੈ ਮੈਲ ਜਾਏ। ਹੁਣ ਇਹ ਹੀਰਾ ਕਿਉਂ ਆ? ਕਿਉਂਕਿ ਆਹ ਜਿਹੜੀ ਹਉਮੈ ਆ, ਇਹ ਮਨ ਨੂੰ ਵੇਖਣ ਨਹੀਂ ਦਿੰਦੀ, ਮਨ ਦੇ ਸੁਭਾਅ ਨੂੰ ਫੜਨ ਨਹੀਂ ਦਿੰਦੀ। ਗੁਰੂ ਸਾਹਿਬ ਨੇ ਲਿਖਿਆ ਇੱਕ ਥਾਂ 'ਤੇ, ਸਣਕ ਆਦਿਕ ਨਾਰਦ ਮਨ ਸੇਖਾ, ਤਿੰਨ ਵੀ ਤਨ ਮੈਂ ਮਨ ਨਹੀਂ ਪੇਖਾ। ਵੀ ਉਹਨਾਂ ਨੇ ਵੀ ਮਨ ਨੂੰ ਫੜ ਨਹੀਂ ਪਾਏ, ਉਹ ਵੀ ਮਨ ਨੂੰ ਲੱਭ ਨਹੀਂ ਪਾਏ ਤਨ ਵਿੱਚ। ਐਡੇ ਵੱਡੇ ਬ੍ਰਹਮਾ ਦੇ ਜਿਹੜੇ 4 ਪੁੱਤਰ ਜੇ, ਜਿਨ੍ਹਾਂ ਨੂੰ ਸਾਰੇ ਵੇਦ ਯਾਦ ਆ, ਉਹ ਵੀ ਤਨ ਵਿੱਚ ਮਨ ਨਹੀਂ ਲੱਭ ਸਕੇ। ਅਤੇ ਗੁਰੂ ਸਾਹਿਬ ਅਗਲੀ ਪੰਕਤੀ ਦੱਸਦੇ, ਭਾਈ ਰੇ ਇਹ ਮਨ ਕੋ ਖੋਜੋ ਕੋਈ। ਮਨ ਨੂੰ ਗੁਰੂ ਸਾਹਿਬ ਕਹਿੰਦੇ ਖੋਜ ਕਰ। ਲੱਭਿਆ ਕਿਹਨੇ ਆ? ਉਹ ਗੁਰੂ ਸਾਹਿਬ ਅੱਗੇ ਦੱਸਦੇ ਆ ਭਗਤਾਂ ਨੇ। ਕਿਵੇਂ ਲੱਭਿਆ? ਪ੍ਰੇਮ ਦੇ ਨਾਲ। ਹੁਣ ਪ੍ਰੇਮ ਤੋਂ ਬਿਨਾਂ ਮਨ ਹੱਥ ਵਿੱਚ ਆਉਣਾ ਨਹੀਂ, ਅਤੇ ਪ੍ਰੇਮ ਕਿਵੇਂ? ਨਾਮ ਦੇ ਨਾਲ। ਨਾਮ ਨਾਲ ਪ੍ਰੇਮ ਕਰਾਂਗੇ ਅਤੇ ਮੈਲ ਲਊਗੀ ਅੰਦਰੋਂ। ਜਦੋਂ ਮੈਲ ਦੁਬਾਰਾ ਲੱਗਣ ਲੱਗੂਗੀ, ਉਦੋਂ ਜੀਵ ਨੂੰ ਪਤਾ ਲੱਗ ਜਾਣਾ ਵੀ ਆਹ ਮੈਲ ਜਿਹੜੀ ਆ, ਇਹ ਮੈਲ ਦੇ ਨਾਲ ਮੇਰੀ ਤਰੱਕੀ ਰੁਕ ਜਾਣੀ ਆ। ਅਤੇ ਉਹ ਮੈਲ ਲੱਗਦੀ ਕਿਹਨੂੰ ਆ? ਮਨ ਨੂੰ। ਅਤੇ ਉਦੋਂ ਮਨ ਪਤਾ ਲੱਗਣਾ ਵੀ ਇੱਥੇ ਆਣ ਕੇ ਇੱਦਾਂ ਦਾ ਮਨ ਡਿੱਗਦਾ ਆਣ ਕੇ। ਉਦੋਂ ਤਨ ਵਿੱਚ ਮਨ ਗੁਰੂ ਦੀ ਕਿਰਪਾ ਦੇ ਨਾਲ ਲੱਭ ਸਕਦੇ ਹਾਂ ਆਪਾਂ। ਜਦੋਂ ਮਨ ਨੂੰ ਵੇਖਣ ਲੱਗ ਜਾਂਗੇ, ਮੈਲ ਦੂਰ ਹੋਣ ਲੱਗ ਜੂਗੀ। ਇਹ ਜਾਗਰਕ ਅਵਸਥਾ ਹੈ। ਇਹੀ ਗੁਰੂ ਅਮਰਦਾਸ ਜੀ ਆਨੰਦ ਸਾਹਿਬ ਵਿੱਚ ਕਹਿੰਦੇ ਆ, ਤਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ। ਜੇ ਜਾਗੂਗਾ ਤੇ ਮੈਲ ਵੇਖੂਗਾ, ਸੁੱਤਾ ਪਿਆ ਮੈਲ ਨਹੀਂ ਵੇਖ ਸਕਦਾ, ਉਹਨੂੰ ਹੋਸ਼ ਹੀ ਨਹੀਂ ਗੀ। ਹੁਣ ਗੁਰੂ ਸਾਹਿਬ ਕਹਿੰਦੇ ਇਹ ਸਾਰੀ ਖੇਡ ਪਤਾ ਕਿੱਥੋਂ ਲੱਗਣੀ ਆ? ਬੈਸ ਸਥਾਨ ਸਦ ਹਰ ਗੁਣ ਗਾਵੇ। ਸਥਾਨ ਕਿਹੜਾ ਥਾਨ? ਸੋਹਣਾ ਥਾਂ ਵਾ ਸਾਧ ਸੰਗਤ। ਇਸ ਥਾਂ 'ਤੇ ਆ ਕੇ, ਸਾਧ ਸੰਗਤ ਵਿੱਚ ਆ ਕੇ, ਗੁਰੂ ਸਾਹਿਬ ਜਿੱਥੇ ਮੌਜੂਦ ਆ, ਗੁਰੂ ਸਾਹਿਬ ਦੀ ਕਿਰਪਾ ਵਾ, ਉੱਥੇ ਜਦੋਂ ਗੁਣ ਗਾਏ ਜਾਂਦੇ ਆ ਪਰਮਾਤਮਾ ਦੇ, ਗੁਰੂ ਸਾਹਿਬ ਦੇ, ਉਦੋਂ ਗੁਰੂ ਸਾਹਿਬ ਕਹਿੰਦੇ ਪਤਾ ਲੱਗਣਾ ਵਾ ਸੱਚੇ ਸ਼ਬਦ ਸਮਾਵਨੇ ਆ, ਵੀ ਸਮਾਵਨਾ ਕਿੱਥੇ ਆ ਅਤੇ ਸਮਾਵਨਾ ਕਿਵੇਂ ਆ, ਸਟੈਪ ਕਿਹੜੇ ਆ। ਹੁਣ ਗੁਰੂ ਸਾਹਿਬ ਕਹਿੰਦੇ ਜਿੱਥੇ ਤੂੰ ਸਮਾਉਣ ਚੱਲਿਆ ਉਹਦੇ ਬਾਰੇ ਸੁਣ।
ਨੌ ਦਰ ਠਾਕੇ ਧਾਵਤ ਰਹਾਏ। 9 ਦਰਵਾਜ਼ੇ ਆ ਤੇਰੇ ਸਰੀਰ ਦੇ, ਅੱਖਾਂ, ਕੰਨ, ਇਹ ਸਾਰੇ ਜਿਹੜੇ 9 ਦਰਵਾਜ਼ੇ ਨੇ ਸਰੀਰ 'ਤੇ ਲੱਗੇ। ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਠਾਕ ਲਾ, ਇਹਨਾਂ 'ਤੇ ਮਾਇਆ ਦਾ ਪਹਿਰਾ ਏ, ਮਾਇਆ ਨੂੰ ਪਰੇ ਕਰ। ਮਾਇਆ ਨੂੰ ਪਰੇ ਕਿਵੇਂ ਕਰਨਾ? ਗੁਰੂ ਸਾਹਿਬ ਕਹਿੰਦੇ ਮਾਇਆ ਨੂੰ ਸ਼ਬਦ ਹੀ ਮਾਰ ਸਕਦਾ ਵਾ। ਸ਼ਬਦ ਗੁਰੂ ਆ ਨਾ, ਤੇ ਗੁਰੂ ਸਾਹਿਬ ਹੀ ਮਾਇਆ ਨੂੰ ਪਰੇ ਕਰ ਸਕਦੀ ਆ। ਜਦੋਂ ਉਹ 9 ਦਰ ਠਾਕੇ ਗਏ, ਉਹਨਾਂ ਦੀ ਸਹੀ ਵਰਤੋਂ ਹੋਣ ਲੱਗ ਗਈ, ਫਿਰ 10ਵੇਂ ਦਰਵਾਜ਼ੇ ਵੱਲ ਧਿਆਨ ਜਾਣਾ ਹੈ। ਉਹ 10ਵਾਂ ਦਰਵਾਜ਼ਾ ਗੁਪਤ ਆ। ਉਹ ਇਹ ਬਾਹਰ ਨੂੰ ਖੁੱਲ੍ਹਦੇ ਆ, ਅੰਦਰ ਨੂੰ ਵੀ ਖੁੱਲ੍ਹਦੇ ਆ। ਉਹ ਜਿਹੜਾ ਦਰਵਾਜ਼ਾ ਉਹ ਸਿਰਫ ਅੰਦਰ ਨੂੰ ਖੁੱਲ੍ਹਦਾ, ਉਹ ਸੁਰਤੀ ਨਾਲ ਖੁੱਲ੍ਹਦਾ। ਸੁਰਤੀ ਦੇ ਵਿੱਚ ਕੀ ਚੱਲੂਗਾ? ਜਦੋਂ ਸ਼ਬਦ ਚੱਲੂਗਾ। ਸ਼ਬਦ ਸੁਰ ਦਾ ਮਿਲਾਪ ਤਾਂ ਹੀ ਆਪਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਸਿਮਰਨ ਕਰਨ ਤੋਂ ਪਹਿਲਾਂ। ਜਦੋਂ ਆਪਾਂ ਸ਼ਬਦ ਦੇ ਨਾਲ ਸੁਰਤ ਜੁੜ ਗਈ, ਪੂਰੀ ਸੁਰਤ ਜੁੜ ਗਈ, ਕੋਈ ਫੁਰਨਾ ਨਹੀਂ ਆ ਰਿਹਾ, ਸਿਰਫ ਪ੍ਰੇਮ ਹੀ ਪ੍ਰੇਮ ਆ ਰਿਹਾ ਮਨ ਵਿੱਚ ਗੁਰੂ ਸਾਹਿਬ ਪ੍ਰਤੀ, ਉਦੋਂ ਉਹ ਦਰਵਾਜ਼ਾ ਖੁੱਲ੍ਹਣਾ। ਉਹ ਹਰ ਕਿਸੇ ਦੀ ਖੇਡ ਵੱਖੋ ਵੱਖ ਆ, ਕਿਉਂਕਿ ਕਰਮ ਵੱਖੋ ਵੱਖ ਕੀਤੇ ਹੋਏ ਸਭ ਨੇ। ਕਿਸੇ ਦਾ ਪਹਿਲਾਂ ਖੁੱਲ੍ਹਣਾ, ਕਿਸੇ ਦਾ ਕਿੱਦਾਂ, ਪਰ ਕੁਛ ਨਿਸ਼ਾਨੀਆਂ ਸੇਮ ਹੀ ਨੇ, ਜਿਹੜੀਆਂ ਜਿਵੇਂ ਗੁਰੂ ਸਾਹਿਬ ਨੇ ਦੱਸਿਆ ਵਾ ਕਿ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਇਹ ਭੰਡਾਰਾ ਜਿਹੜਾ ਇਹ ਅੰਦਰ ਆ ਨਾ 10ਵੇਂ ਦਰਵਾਜ਼ੇ ਦੇ ਪਿੱਛੇ, ਗੁਰੂ ਸਾਹਿਬ ਕਹਿੰਦੇ ਉਹਦਾ ਅੰਤ ਨਹੀਂ ਤੂੰ ਪਾ ਸਕਦਾ। ਇਹ ਖੁੱਲ੍ਹਣਾ ਤਾਂ ਵਾ ਜੇ 9 ਦਰਵਾਜ਼ਿਆਂ ਨੂੰ ਤੂੰ ਸਹੀ ਵਰਤੋਂ ਕੀਤੀ। 10ਵੇਂ ਨਿਜ ਘਰ ਵਾਸਾ ਪਾਏ। ਨਿਜ ਘਰ ਵੀ ਆ ਉਹ ਤੇਰਾ 10ਵੇਂ ਦਰਵਾਜ਼ਾ ਜਿਹੜਾ, ਉਹਦੇ ਪਿੱਛੇ ਉਹ ਤੇਰਾ ਨਿਜ ਘਰ ਵੀ ਆ। ਨਿਜ ਹੁੰਦਾ ਆਪਣਾ ਖੁਦ ਦਾ, ਪਰਸਨਲ। ਤੇ ਸਾਰੇ ਆਪਾਂ ਇੱਕ ਹੀ ਆ, ਤੇ ਆਪਣਾ ਸਾਰਿਆਂ ਦਾ ਇੱਕੋ ਹੀ ਘਰ ਆ। ਤੇ ਉਹ ਘਰ ਗੁਰੂ ਸਾਹਿਬ ਵੀ ਦਿਖਾ ਸਕਦੇ ਆ। ਗੁਰੂ ਸਾਹਿਬ ਕਹਿੰਦੇ ਜਿਹੜਾ ਉਹ ਦਰਵਾਜ਼ਾ ਵਿਖਾ ਦੇਵੇ, ਘਰ ਵਿਖਾ ਦੇਵੇ, ਉਹੀ ਉਹ ਸਤਿਗੁਰ ਆ। ਘਰ ਮੇ ਘਰ ਦਿਖਾਏ ਦੇ, ਸੋ ਸਤਿਗੁਰ ਪੁਰਖ ਸੁਜਾਨ। ਉਹ ਘਰ ਵਿੱਚ ਘਰ ਗੁਰੂ ਸਾਹਿਬ ਕਹਿੰਦੇ ਲੱਭ ਲਾ, ਜਿੰਨਾ ਚਿਰ ਅਸਵਾਸ ਚੱਲਦੇ ਤੋਂ ਪਹਿਲਾਂ ਲੱਭ ਲਾ ਜਿਉਂਦਿਆਂ। ਉਹਦੇ ਬਾਰੇ ਕੁਛ ਨਾ ਕੁਛ ਜ਼ਰੂਰ ਉਹਦੀ ਖੋਜ ਕਰ ਕਿ ਉੱਥੋਂ ਕੀ ਆ ਰਿਹਾ ਹੈ, ਉੱਥੋਂ ਆਵਾਜ਼ ਕਿਵੇਂ ਦੀ ਆਉਂਦੀ ਆ, ਉੱਥੋਂ ਰਸ ਕਿਵੇਂ ਦਾ ਚੌ ਆਉਂਦਾ ਹੈ। ਇਹ ਗੁਰੂ ਸਾਹਿਬ ਕਹਿੰਦੇ ਜ਼ਰੂਰ ਖੋਜ ਕਰ, ਇਹਦੇ ਨਾਲ ਤੇਰਾ ਜੀਵਨ ਬਣਨਾ ਹੈ। ਅਤੇ ਨਾਮ ਅਤੇ ਜੀਵਨ ਜਦੋਂ ਦੋਵੇਂ ਮਿਲਣਗੇ ਫਿਰ ਆਪਣੀ ਮੁਕਤੀ ਆ, ਫਿਰ ਛੁਟਕਾਰਾ ਹੈ ਮਾਇਆ ਤੋਂ। ਆਪਾਂ ਛੁਟਕਾਰਾ ਹੋਰ ਕੋਈ ਨਹੀਂ, ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਰਹਿਣਾ। ਪਰ ਮਾਇਆ ਤੋਂ ਛੁਟਕਾਰਾ, ਮਾਇਆ ਤੋਂ ਮੁਕਤੀ ਜਿਹੜੀ ਗੁਰੂ ਸਾਹਿਬ ਕਹਿੰਦੇ ਤਾਂ ਵਾ ਜੇ ਤੂੰ ਉਹ ਦਰਵਾਜ਼ੇ ਦੀ ਭਾਲ ਕਰੇ, ਨਿਜ ਘਰ ਦੀ। ਉੱਥੇ ਅਨਹਦ ਸ਼ਬਦ ਬੱਜੇ ਦਿਨ ਰਾਤੀ। ਅਨਹਦ ਸ਼ਬਦ ਉੱਥੇ ਅਜੱਪਾ ਜਾਪ ਹੋ ਰਿਹਾ ਹੈ, ਸਿਮਰਨ ਹੋ ਰਿਹਾ ਗੁਰੂ ਸਾਹਿਬ ਦਾ, ਉਸਤਤ ਹੋ ਰਹੀ ਹੈ, ਵਾਹਿਗੁਰੂ ਕੀਰਤਨ ਗਾਇਆ ਜਾ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਦਿਨ ਰਾਤੀ ਹਰ ਵੇਲੇ ਨਿਰੰਤਰ ਉੱਥੇ ਜਿਹੜੀ ਬਾਣੀ ਗੁਰੂ ਦੀ ਗਾਈ ਜਾ ਰਹੀ ਆ, ਸ਼ਬਦ ਨੂੰ ਸਲਾਹਿਆ ਜਾ ਰਿਹਾ। ਹੁਣ ਉੱਥੋਂ ਆਪਾਂ ਟੁੱਟੇ ਹਾਂ ਅਤੇ ਥੱਲੇ ਡਿੱਗੇ, ਅਤੇ ਥੱਲੇ ਸਭ ਦੁੱਖ ਹੀ ਦੁੱਖ ਆ, ਉੱਥੇ ਸਭ ਸੁੱਖ ਹੀ ਸੁੱਖ ਆ। ਤਾਂ ਹੀ ਉਹ ਬੇਗਮਪੁਰਾ ਏ, ਕੋਈ ਗਮ ਨਹੀਂ ਆ ਉਸ ਥਾਂ 'ਤੇ। ਬੇਗਮਪੁਰਾ ਸ਼ਹਿਰ ਕੋ ਨਾ, ਉਹ ਬੇਗਮਪੁਰਾ ਏ, 10ਵਾਂ ਘਰ, 10ਵਾਂ ਦਰਵਾਜ਼ਾ। ਗੁਰੂ ਸਾਹਿਬ ਕਹਿੰਦੇ ਇਹ ਖੇਡ ਪਤਾ ਕਿਵੇਂ ਲੱਗੂਗੀ, ਉੱਥੇ ਤੱਕ ਪਹੁੰਚੇਗਾ ਕਿਵੇਂ? ਗੁਰਮਤੀ ਸ਼ਬਦ ਸੁਣਾਵਣਿਆ, ਗੁਰੂ ਦੀ ਮੱਤ ਦੇ ਨਾਲ। ਕਿਉਂਕਿ ਆਪਾਂ ਆਪ ਤਾਂ ਜਾ ਹੀ ਨਹੀਂ ਸਕਦੇ ਉੱਥੇ। ਗੁਰੂ ਦੀ ਮੱਤ ਦੇ ਨਾਲ ਗੁਰੂ ਸਾਹਿਬ ਜੀਵਨ ਦੀ ਜਾਂਚ ਸਿਖਾਉਣਗੇ ਵੀ ਇੱਦਾਂ ਜੀਵਨ ਜਿਉਂ, ਇੱਦਾਂ ਕਰ, ਹਰ ਵੇਲੇ ਜਪ। ਇਹ ਗੁਰੂ ਦੀ ਮੱਤ ਆ, ਹਰ ਵੇਲੇ ਜਪ, ਹਰ ਵੇਲੇ ਨੇੜੇ ਜਾਣ। ਜਦੋਂ ਵਾਹਿਗੁਰੂ ਤੇਰੇ ਮੂੰਹੋਂ ਨਿਕਲੇ ਅਤੇ ਅੰਦਰ ਗੁਰੂ ਸਾਹਿਬ ਦੇ ਪਿਆਰ ਨਾਲ ਚਰਨਾਂ ਦੇ ਵਿੱਚ ਜਾ ਕੇ ਜੁੜ ਜਾਏ।
ਗੁਰਮਤੀ ਸ਼ਬਦ ਸੁਣਾਵਣਿਆ। ਤੇ ਉੱਥੇ ਸ਼ਬਦ ਤੈਨੂੰ ਸੁਣੇ ਅਨਹਦ ਨਾਦ 10ਵੇਂ ਦਰਵਾਜ਼ੇ 'ਚ, ਜਿੱਥੇ ਅੰਮ੍ਰਿਤ ਦੀ ਦਾਤ ਪਾਉਣੀ ਗੁਰੂ ਸਾਹਿਬ ਨੇ ਅੰਮ੍ਰਿਤ ਸੰਚਾਰ ਵੇਲੇ। ਉੱਥੇ ਗੁਰੂ ਸਾਹਿਬ ਕਹਿੰਦੇ ਉੱਥੇ ਸੁਰਤ ਲੈ ਕੇ ਜਾ। ਉੱਥੇ ਸੁਰਤ ਹੁਣ ਆਪਾਂ ਆਪ ਵੀ ਨਹੀਂ ਲਿਜਾ ਸਕਦੇ, ਉਹ ਸ਼ਬਦ ਨੇ ਸੁਰਤ ਨੂੰ ਚੜਾਉਣਾ ਹੈ ਤੇ ਸ਼ਬਦ ਨੂੰ ਫੜਨਾ, ਪਰ ਯਤਨ ਜ਼ਰੂਰ ਕਰਨਾ ਉੱਥੇ ਪਹੁੰਚਣ ਦਾ। ਸ਼ਬਦ ਵਿੱਚ ਪਾਵਰ ਜ਼ਿਆਦਾ, ਸ਼ਬਦ ਨੇ ਆਪੇ ਲੈ ਜਾਣਾ ਉੱਥੇ। ਜਦੋਂ ਨੇੜੇ ਹੋ ਗਿਆ ਨਾ, ਸ਼ਬਦ ਨੇ ਆਪੇ ਉੱਥੇ ਲੈ ਜਾਣਾ ਸਿੱਧਾ, ਹੋਰ ਕਿਤੇ ਧਿਆਨ ਨਹੀਂ ਜਾਣਾ। 10ਵੇਂ ਦਰਵਾਜ਼ੇ 'ਚ ਧਿਆਨ ਜਾਣਾ, ਕਿਉਂਕਿ ਉਹ ਆਪਣਾ ਆਪਦਾ ਏ। ਬਿਨ ਸ਼ਬਦੇ ਅੰਤਰ ਹਨੇਰਾ, ਅੰਦਰ ਹਨੇਰਾ ਹੈ ਸ਼ਬਦ ਤੋਂ ਬਿਨਾਂ। ਸੋਝੀ ਨਹੀਂ ਪੈਣੀ ਹਨੇਰੇ ਵਿੱਚ। ਨਾ ਵਸਤ ਲਏ ਨਾ ਚੂਕੇ ਫੇਰਾ। ਗੁਰੂ ਸਾਹਿਬ ਕਹਿੰਦੇ ਵਸਤੂ ਹੀ ਨਹੀਂ ਪ੍ਰਾਪਤ ਹੋਣੀ, ਤੇਰਾ ਜੰਮਣ ਮਰਨ ਮੁੱਕਣਾ ਹੀ ਨਹੀਂ। ਜਿਹੜੀ ਇਹ ਸ਼ਬਦ ਦੀ ਖੇਤੀ ਗੁਰੂ ਸਾਹਿਬ ਨੇ ਕਿਹਾ ਸੀ ਕਰਨ ਨੂੰ। ਤੇ ਜੇ ਮਨਮੁਖ ਦੁੱਖ ਕਾ ਖੇਤ ਹੈ, ਉਹ ਸ਼ਬਦ ਦੀ ਜੇ ਖੇਤੀ ਨਾ ਕੀਤੀ ਤੇ ਫਿਰ ਮੈਂ ਦੀ ਖੇਤੀ ਹੋਣੀ ਆ ਆਪਣੇ ਅੰਦਰ। ਤੇ ਮੈਂ ਦੀ ਖੇਤੀ ਫਿਰ ਦੁਬਾਰਾ ਵੱਢਣੀ ਪੈਣੀ ਹੈ। ਦੁਬਾਰਾ ਵੱਢਣੀ ਦਾ ਮਤਲਬ ਦੁਬਾਰਾ ਫੇਰ ਦੁਬਾਰਾ ਜਨਮ ਲੈਣਾ ਪੈਣਾ ਹੈ। ਗੁਰੂ ਸਾਹਿਬ ਨੇ ਤਾਂ ਹੀ ਉਹ ਪੁਰਾਣੀ ਖੇਤੀ ਸਾਰੀ ਪਟਾ ਦੇਣੀ ਹੈ। ਅੰਮ੍ਰਿਤ ਛਕਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਹਿਣਾ ਆਪਣੀ ਮੱਤ ਤੂੰ ਛੱਡ ਦੇ, ਸਿਰ ਹੀ ਦੇ ਦੇ। ਇੱਦਾਂ ਜੇ ਸਿਰ ਦਾਂਗੇ ਤਾਂ ਵਸਤੂ ਮਿਲਣੀ ਹੈ, ਨਾ ਜੇ ਨਹੀਂ ਦਿੱਤਾ ਨਾ ਵਸਤ ਲਏ ਨਾ ਚੂਕੇ ਫੇਰਾ, ਫਿਰ ਫੇਰਾ ਨਹੀਂ ਮੁੱਕਣਾ। ਉਹ ਗੁਰੂ ਸਾਹਿਬ ਅੱਗੇ ਹੱਥ ਜੋੜਨੇ, ਗੁਰੂ ਸਾਹਿਬ ਸਿਰ ਤੁਸੀਂ ਮੰਗਿਆ ਸੀ, ਸਿਰ ਵੱਢ ਦਿਓ, ਲੈ ਲਓ ਸਾਡਾ ਸਿਰ। ਵਾਹਿਗੁਰੂ। ਹੁਣ ਗੁਰੂ ਸਾਹਿਬ ਕਹਿੰਦੇ ਉਹ ਦਰਵਾਜ਼ੇ 'ਤੇ ਜਦੋਂ ਤੂੰ ਪਹੁੰਚ ਗਿਆ ਤੇ ਖੋਲ੍ਹਣਾ ਕਿੱਦਾਂ? ਕੁੰਜੀ ਸ਼ਬਦ ਦੀ, ਨਾਮ ਨਾਲ। ਤੇ ਜੇ ਨਾਮ ਨਹੀਂ ਆ, ਅਸੁਰਤ ਕੱਲੀ ਆਪਾਂ ਲੈ ਕੇ ਜਾਂਦੇ ਆ, ਨਾਮ ਦੀ ਦਾਤ ਨਹੀਂ ਲਈ, ਜੋਗੀ ਲਾਉਂਦੇ ਹੀ ਧਿਆਨ ਨਹੀਂ ਪ੍ਰਾਪਤ ਹੁੰਦਾ ਸੀ, ਨਿਜ ਘਰ ਨਹੀਂ ਦਿਖਦਾ ਸੀ, ਕਿਉਂਕਿ ਗੁਪਤ ਆ ਨਾ। ਹੁਣ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਗੁਰੂ ਵਾਲਾ ਬਣ ਕੇ ਗੁਰੂ ਤੋਂ ਕੁੰਜੀ ਲੈ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀਂ। ਹੋਰ ਕਿਤੇ ਖੁੱਲ੍ਹਣੀ ਹੀ ਨਹੀਂ, ਕਿਤੇ ਜਿਹਦੇ ਮਰਜ਼ੀ ਗੋਡੇ ਹੱਥ ਲਾਈ ਜਾਓ, ਜਿਹਨੂੰ ਮਰਜ਼ੀ ਪੂਜੀ ਜਾਓ, ਹੋਰਤ ਦਰ ਖੁੱਲ੍ਹਣੀ ਨਹੀਂ। ਇਹ ਗੁਰੂ ਸਾਹਿਬ ਹੀ ਖੋਲ੍ਹ ਸਕਦੇ ਆ। ਤੇ ਗੁਰੂ ਸਾਹਿਬ ਅੱਗੇ ਗੋਡੇ ਟੇਕਣੇ ਪੈਣੇ, ਅੰਮ੍ਰਿਤ ਛਕਣਾ ਪੈਣਾ ਗੁਰੂ ਸਾਹਿਬ ਅੱਗੇ। ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀਂ, ਗੁਰ ਪੂਰੇ ਭਾਗ ਮਿਲਾਵਣਿਆ। ਹੁਣ ਭਾਗਾਂ ਨਾਲ ਮਿਲਣਾ ਗੁਰੂ ਨੇ। ਭਾਗ ਹੋਆ ਗੁਰ ਸੰਤ ਮਿਲਾਇਆ। ਹੁਣ ਭਾਗ ਕਿੱਦਾਂ ਇਕੱਠੇ ਕਰਨੇ ਆ? ਗੁਰੂ ਸਾਹਿਬ ਕਹਿੰਦੇ ਭਾਗ ਇਕੱਠੇ ਹੋ ਜਾਂਦੇ ਆ, ਜੁਗਤੀਆਂ ਚਾਹੀਦੀਆਂ ਭਾਗ ਇਕੱਠੇ ਕਰਨ ਲਈ। ਉਹ ਜੁਗਤੀਆਂ ਗੁਰਸਿੱਖਾਂ ਨੂੰ ਪੁੱਛ, ਆਪਣੇ ਪਿਆਰਿਆਂ ਨੂੰ ਪੁੱਛ, ਜਿਹੜੇ ਗੁਰੂ ਦੇ ਪਿਆਰੇ ਆ ਉਹਨਾਂ ਨੂੰ ਪੁੱਛ ਵੀ ਤੁਸੀਂ ਕਿਵੇਂ ਅੰਮ੍ਰਿਤ ਛਕਿਆ। ਉਹ ਤੈਨੂੰ ਦੱਸਣਗੇ। ਉਹ ਫਿਰ ਦੱਸਣਗੇ ਵੀ ਢਹਿ ਢੇਰੀ ਹੋ ਕੇ ਵੀ ਆਪਣਾ ਛੱਡ ਦੇ, ਜੋ ਵੀ ਨਾ ਘਰ ਵਾਲੀ ਤੇਰੀ ਆ, ਨਾ ਪਿਓ ਤੇਰਾ ਹੈ, ਨਾ ਮਾਂ ਤੇਰੀ ਹੈ, ਤੂੰ ਆਇਆ ਹੀ ਇਕੱਲਾ ਹੈ, ਤੂੰ ਆਪਣੇ ਗੁਰੂ ਨੂੰ ਮਿਲਣ ਆਇਆ ਹੈ, ਗੁਰੂ ਨੂੰ ਲੈਣ ਆਇਆ, ਗੁਰੂ ਦੇ ਨਾਲ ਜਾਣਾ। ਆਪਾਂ ਭੋਜਨ ਇਕੱਠਾ ਕਰਨਾ ਹੈ ਨਾਮ ਦਾ। ਇਹ ਖੇਤੀ ਗੁਰੂ ਸਾਹਿਬ ਨੇ ਕਰਾਉਣੀ ਆ। ਗੁਰੂ ਸਾਹਿਬ ਕਹਿੰਦੇ ਜਦੋਂ ਇਹ ਸਾਰੀ ਖੇਡ ਸਮਝ ਲੱਗੀ ਤੈਨੂੰ ਸੰਗਤ ਵਿੱਚ ਆ ਕੇ, ਤੇ ਤੈਨੂੰ ਪਤਾ ਲੱਗ ਜਾਣਾ ਵੀ ਅੰਮ੍ਰਿਤ ਛਕਣਾ ਹੀ ਪੈਣਾ, ਇਹਦੇ ਬਿਨਾਂ ਮੇਰਾ ਛੁਟਕਾਰਾ ਨਹੀਂ ਆ। ਤੇ ਗੁਰੂ ਸਾਹਿਬ ਅੱਗੇ ਹੱਥ ਜੋੜ, ਜੇ ਕੋਈ 1-2% ਜਿਹੜੇ ਭਾਗ ਅਜੇ ਨਹੀਂ ਪੂਰੇ ਹੋਏ, ਉਹ ਗੁਰੂ ਸਾਹਿਬ ਉਹ ਕੱਟ ਆਫ ਕਰ ਦੇਣਗੇ। ਗੁਰੂ ਸਾਹਿਬ ਨੇ ਬਖਸ਼ ਦੇਣਾ, ਉਹ ਮਿਲਾ ਦੇਣਾ। ਗੁਰ ਪੂਰੇ ਭਾਗ ਮਿਲਾਵਣੇ ਆ, ਕਿਉਂਕਿ ਗੁਰੂ ਸਾਹਿਬ ਨੇ ਹੀ ਲਿਖਣਾ ਹੈ ਨਾ ਸਾਰਾ ਕੁਛ। ਤੇ ਜੇ ਕੋਈ ਵਾਧ ਘਾਟ ਆ, ਗੁਰੂ ਸਾਹਿਬ ਨੇ ਪੂਰੀ ਕਰ ਦੇਣੀ ਆ, ਦਾਤ ਦੇ ਦੇਣੀ ਆ। ਗੁਪਤ ਪ੍ਰਗਟ ਤੂੰ ਸਭਨੀ ਥਾਈ। ਹੁਣ ਗੁਪਤ ਪ੍ਰਗਟ ਗੁਰੂ ਸਾਹਿਬ ਕਹਿੰਦੇ ਜੇ ਤੂੰ ਜਾਣੇ ਨਾ ਵੀ ਜੋਤ ਸਾਰਿਆਂ ਵਿੱਚ ਇੱਕ ਹੀ ਆ, ਸਭ ਏਕਾ ਜੋਤ ਜਾਣੇ ਜੇ ਕੋਈ।
ਸਤਿਗੁਰ ਸੇਵੀਏ ਪ੍ਰਗਟ ਹੋਈ। ਪਹਿਲਾਂ ਤਾਂ ਪਿਆਰ ਨਾਲ ਤੈਨੂੰ ਵਿਸ਼ਵਾਸ ਲਿਆਉਣਾ ਪੈਣਾ ਅੰਦਰ ਕਿ ਸਾਰਿਆਂ ਦੇ ਵਿੱਚ, ਸਾਰਿਆਂ 'ਚ, ਚੰਗਾ ਮਾੜਾ ਜਿੱਦਾਂ ਦਾ ਵੀ ਆ, ਸਾਰਿਆਂ ਦੇ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਹੀ ਆ। ਇਹ ਪਹਿਲਾਂ ਵਿਸ਼ਵਾਸ ਲਿਆਣ ਕੇ ਸੇਵਾ ਕਰੇ ਜੇ ਸ਼ਬਦ ਦੀ ਤਾਂ ਪ੍ਰਗਟ ਹੋਣੀ ਆ। ਇੱਕ ਅਭਿਆਸੀ ਨੇ, ਵਾਹਵਾ ਸਾਲ ਹੋ ਗਿਆ ਅੱਜ ਤੋਂ, ਇੰਡੀਆ ਦੀ ਗੱਲ ਆ, ਉਹਨੇ ਅਭਿਆਸੀ ਨੇ ਨਾ ਅਨੰਦਪੁਰ ਸਾਹਿਬ ਦੇ ਲਾਗੇ ਉੱਥੇ, ਚਲੋ ਉਹ ਆਪਣਾ ਮਾਰਗ ਨਹੀਂ ਗਾ ਵੀ ਆਪਾਂ ਜੰਗਲਾਂ ਨੂੰ ਨਹੀਂ ਤੁਰਨਾ, ਗੁਰੂ ਸਾਹਿਬ ਨੇ ਰੋਕਿਆ ਨਾ, ਪਰ ਜਿੱਦਾਂ ਵੀ ਕਿਵੇਂ ਉਹਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਨਾ, ਕਹਿੰਦਾ ਪਹਿਲਾਂ ਮੈਂ ਇਹੀ ਕਹੀ ਗਿਆ ਕਿ ਇਹ ਤੂੰ ਹੈ, ਕਿ ਇਹ ਤੂੰ ਆ। ਹੈਗਾ ਗੁਰਸਿੱਖ ਸੀ, ਗੁਰਮੁਖ ਸੀਗਾ, ਅਤੇ ਬਾਅਦ 'ਚ ਜਿੱਦਾਂ ਉਹਦੇ 'ਤੇ ਬਹੁਤ ਕਿਰਪਾ ਹੋਈ ਹੈ ਨਾ, ਲੱਭਣ ਤੁਰ ਗਿਆ। ਉਹਨੇ ਜਿੱਦਾਂ ਉਹਨੇ ਕਹਾਣੀ ਦੇ ਰੂਪ ਵਿੱਚ ਲਿਖਿਆ, ਉਹ ਕਹਿੰਦਾ ਕੀ ਇਹ ਤੂੰ ਆ, ਕੀ ਇਹ ਤੂੰ ਆ। ਪੰਛੀ ਜਾ ਰਿਹਾ, ਕੀ ਇਹ ਤੂੰ ਆ। ਦਰਖਤ 'ਤੇ ਪੱਤਿਆਂ ਦੇ ਹੱਥ ਲਾ ਕੇ ਕਹਿੰਦਾ ਕੀ ਇਹ ਤੂੰ ਆ। ਹੌਲੀ 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 ਜਦੋਂ, ਕਿਉਂਕਿ ਗੁਰੂ ਸਾਹਿਬ ਸਭ ਵੇਖਦੇ ਆ, ਸਾਰੇ ਟੱਕਰਾਂ ਮਾਰਦੇ ਆ, ਉਹ ਟੱਕਰਾਂ ਨੂੰ ਗੁਰੂ ਸਾਹਿਬ ਵੇਖ ਰਹੇ ਆ ਵੀ ਕਿੰਨੀ ਕੁ ਟੱਕਰ ਇਹਦੀ ਤੇਜ਼ ਆ, ਕਿੰਨਾ ਕੁ ਇਹਦਾ ਪਿਆਰ ਆ। ਅਤੇ ਉਹ ਜਿੱਦਾਂ ਉਹ ਹੌਲੀ ਹੌਲੀ ਉਹਦੇ ਅੱਖਰ ਬਦਲ ਗਏ। ਉਹ ਕਹਿਣ ਲੱਗਿਆ ਹਾਂ ਇਹ ਤੂੰ ਆ, ਆ ਵੀ ਤੂੰ ਆ, ਆ ਤੂੰ ਆ, ਆ ਸ਼ਾਇਦ ਤੂੰ ਆ। ਫਿਰ ਅਖੀਰ 'ਤੇ ਤੂੰ ਹੀ ਰਹਿ ਗਿਆ, ਤੂੰ ਹੀ ਰਹਿ ਗਿਆ। ਅਤੇ ਜੰਗਲ 'ਚੋਂ ਬਾਹਰ ਨਿਕਲਿਆ, ਸ਼ਹਿਰ ਵੱਲ ਨੂੰ ਆਇਆ, ਕਹਿੰਦਾ ਇਸਤਰੀ ਦਿਖੇ ਅਤੇ ਮੈਂ ਕਹਾਂ ਇਹ ਵੀ ਤੂੰ ਆ, ਅਤੇ ਕੋਈ ਪੁਰਸ਼ ਦਿਖੇ ਅਤੇ ਕਹਾਂ ਇਹ ਵੀ ਤੂੰ ਆ, ਤੂੰ ਹੀ ਆ, ਤੂੰ ਹੀ ਆ। ਕਹਿੰਦਾ ਇਹੋ ਜਿਹੀ ਅਵਸਥਾ ਬਣ ਗਈ ਕਿ ਕਹਿੰਦਾ ਜੇ ਵੈਰੀ, ਇਹੋ ਜਿਹੀ ਅਵਸਥਾ ਬਣ ਜੇ, ਕਹਿੰਦਾ ਵੀ ਜੇ ਵੈਰੀ ਵੀ ਆ ਕੇ ਹਿੱਕ ਉੱਤੇ ਹੱਥ ਰੱਖ ਦੇਵੇ ਨਾ ਅਤੇ ਕਹਿ ਦਿੱਤਾ ਜਾਵੇ ਵੀ ਇਹ ਵੀ ਤੂੰ ਹੀ ਆ। ਇਹ ਗੁਰੂ ਸਾਹਿਬ ਨੇ, ਇਹ ਵੀ ਇੱਕ ਮਾਰਗ ਆ। ਗੁਰੂ ਅਰਜਨ ਸਾਹਿਬ ਨੇ ਇਹ ਦਿਖਾਇਆ ਵੀ ਭਾਣਾ ਵੀ ਮੰਨਣਾ, ਪਰੰਤੂ ਫਿਰ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਵੀ ਜੇ ਕੋਈ ਧੱਕੇ ਨਾਲ ਧੱਕਾ ਕਰਦਾ ਹੈ ਅਤੇ ਸਿੱਖੀ ਧੱਕਾ ਨਹੀਂ ਚੱਲ ਸਕਦੀ, ਆਪਾਂ ਸ਼ਸਤਰ ਵੀ ਧਾਰਨ ਕਰਨੇ ਆ। ਇਹ ਗੁਰੂ ਸਾਹਿਬ ਕਹਿੰਦੇ ਵੀ ਇਹ ਪ੍ਰਗਟ ਹੋ ਸਕਦੀ ਹੈ ਖੇਡ ਅੰਦਰ, ਜਿਹੜੀ ਪਰਮਾਤਮਾ ਤੇਰੇ ਅੰਦਰ ਪ੍ਰਗਟ ਹੋ ਗਿਆ ਅਤੇ ਫਿਰ ਬਾਕੀਆਂ 'ਚ ਵੀ ਤੈਨੂੰ ਤਾਂ ਹੀ ਦਿਖੂਗਾ। ਪਹਿਲਾਂ ਆਪਦੇ ਅੰਦਰ ਰਾਮ ਨੂੰ ਪਾਉਣਾ ਪੈਣਾ। ਸਤਿਗੁਰ ਸੇਵੀਏ ਪ੍ਰਗਟ ਹੋਈ, ਗੁਪਤ ਪ੍ਰਗਟ ਵਰਤੇ ਸਭ ਥਾਈਂ। ਫਿਰ ਪਤਾ ਲੱਗ ਜਾਣਾ ਵੀ ਸਾਰੇ ਕਿਤੇ ਤੂੰ ਹੀ ਵਰਤਦਾ, ਕਿਸੇ ਨੂੰ ਤੂੰ ਦੂਰ ਜਨਾਈ ਜਾਂਦਾ, ਕਿਸੇ ਨੂੰ ਤੂੰ ਨੇੜੇ। ਜੋਤੀ ਜੋਤ ਮਿਲਾਵਨੇ ਆ, ਉਹੀ ਕਿਸੇ ਨੂੰ ਬਹੁਤ ਨੇੜੇ ਉਹਦੇ ਜੋਤੀ ਜੋਤ ਮਿਲਾਵਨੇ ਆ, ਦਰਸ਼ਨ ਹੋ ਰਹੇ ਆ, ਉਹਨੂੰ ਆਪਣਾ ਆਪਾ ਪਛਾਣਿਆ ਗਿਆ ਵੀ ਮੈਂ ਵੀ ਤੇਰਾ ਹੀ ਪਾਰਟ ਆ ਵਾਹਿਗੁਰੂ, ਤੇਰੇ ਨਾਲੋਂ ਵਿਛੜਿਆ ਤੂੰ ਮੈਨੂੰ ਜਦੋਂ ਮਿਲ ਜਾਂਦਾ ਅਤੇ ਇਹ ਸੰਪੂਰਨ ਹੋ ਜਾਂਦਾ, ਸੰਜੋਗ ਹੋ ਜਾਂਦਾ। ਤਿਸਨਾ ਅਗਨ ਜਲੇ ਸੰਸਾਰਾ। ਗੁਰੂ ਸਾਹਿਬ ਕਹਿੰਦੇ ਲੋਭ ਕਰਕੇ ਖੇਡ ਖਰਾਬ ਹੁੰਦੀ ਆ। ਜਦੋਂ ਲੋਭ ਵਿਆਪਦਾ, ਉਹ ਬਿਸਰਿਆ ਪੁਰਖ ਚੰਗੇਰਾ ਆਉਂਦਾ ਸ਼ਬਦ। ਗੁਰੂ ਸਾਹਿਬ ਕਹਿੰਦੇ ਲੋਭ ਦੀ ਧੀ ਆ ਤ੍ਰਿਸ਼ਨਾ। ਤ੍ਰਿਸ਼ਨਾ ਦੇ ਵਿੱਚ ਸੰਸਾਰ ਜਲ ਰਿਹਾ ਏ। ਲੋਭ ਅਭਿਮਾਨ ਬਹੁਤ ਅਹੰਕਾਰਾ। ਅਤੇ ਜਦੋਂ ਆਪਾਂ ਨੂੰ ਪ੍ਰਾਪਤੀਆਂ ਹੁੰਦੀਆਂ ਨਾ, ਭਾਈ ਵੀਰ ਸਿੰਘ ਜੀ ਦੱਸਦੇ ਆ, ਕਹਿੰਦੇ ਜਦੋਂ ਪ੍ਰਾਪਤੀਆਂ ਹੁੰਦੀਆਂ ਨਾ, ਉਦੋਂ ਜੀਵ ਦੋ ਇੰਸਟੀਟਿਊਸ਼ਨ ਦੇ ਵਿੱਚ ਜਾ ਸਕਦਾ ਵਾ। ਇੱਕ ਤਾਂ ਹੈਗਾ ਵੀ ਉਹ ਸ਼ੁਕਰਾਨੇ ਦੇ ਘਰ 'ਚ ਚਲੇ ਜਾਵੇ, ਗੁਰੂ ਸਾਹਿਬ ਜੀ ਤੁਹਾਡਾ ਸ਼ੁਕਰ ਆ, ਤੁਸੀਂ ਕੀਤਾ ਸਭ ਕੁਛ। ਕਰਨ ਵਾਲੇ ਕਿਉਂਕਿ ਉਹੀ ਨੇ, ਆਪਾਂ ਭੁਲੇਖਾ ਖਾ ਜਾਂਦੇ। ਅਤੇ ਜਾਂ ਫਿਰ ਉਹ ਦੂਜੀ ਇੰਸਟੀਟਿਊਸ਼ਨ 'ਚ ਜੇ ਮਨਮੁਖ, ਉਹ ਪਤਾ ਕੀ ਕਰੂ, ਮੈਂ ਪਾਇਆ ਏ, ਮੈਂ ਕੀਤਾ ਏ, ਉਹ ਮੈਂ ਦੀ ਖੇਤੀ ਹੋ ਗਈ ਨਾ ਅੰਦਰ, ਅਤੇ ਉਹਦੇ ਨਾਲ ਕੀ ਹੋਊਗਾ, ਅਭਿਮਾਨ ਹੋ ਜਾਊਗਾ, ਅਹੰਕਾਰ ਹੋ ਜਾਊਗਾ। ਇਹੀ ਗੁਰੂ ਸਾਹਿਬ ਕਹਿੰਦੇ ਇਸੇ ਕਰਕੇ ਤੂੰ 10ਵਾਂ ਦਰਵਾਜ਼ਾ ਨਹੀਂ ਪਾਉਂਦਾ, ਕਿਉਂਕਿ ਤੂੰ ਬਾਹਰ ਨੂੰ ਧਿਆਨ ਧਾਰਿਆ ਏ, ਅਤੇ ਬਾਹਰੋਂ ਜੋ ਵੀ ਪ੍ਰਾਪਤੀਆਂ ਇਹ ਵੀ ਤੈਨੂੰ ਗੁਰੂ ਸਾਹਿਬ ਹੀ ਕਰਵਾ ਰਹੇ ਆ। ਮਰ ਮਰ ਜਨਮੇ ਪਤ ਗਵਾਈ, ਆਪਣੀ ਬਿਰਥਾ ਜਨਮ ਗਵਾਵਨਿਆ। ਹੁਣ ਮਰ ਕੇ ਵਾਰ ਜਦੋਂ ਜੀਵਨ ਨਹੀਂ ਬਣ ਰਿਹਾ, ਗੇੜਾ ਨਹੀਂ ਮੁੱਕ ਰਿਹਾ, ਤਾਂ ਗੁਰੂ ਸਾਹਿਬ ਕਹਿੰਦੇ ਤੂੰ ਪੱਤ ਗਵਾ ਰਿਹਾ, ਆਪਣੀ ਬਿਰਥਾ ਜਨਮ ਗਵਾ ਰਿਹਾ, ਬਿਰਥਾ। ਤਾਂ ਹੀ ਗੁਰੂ ਸਾਹਿਬ ਕਹਿੰਦੇ ਆਵਨ ਆਏ ਸ੍ਰਿਸ਼ਟ ਮੇ ਬਿਨ ਬੂਝੇ ਪਸ ਢੋਰ। ਜੇ ਤੂੰ ਬੁੱਝਦਾ ਨਹੀਂ ਗਾ ਖੇਡ ਨੂੰ, ਤੂੰ ਪਸ਼ੂ ਆ।
ਗੁਰੂ ਸਾਹਿਬ ਦੀਆਂ ਝਿੜਕਾਂ ਇਹ ਗੁਰੂ ਸਾਹਿਬ ਜਾਣਨ। ਗੁਰੂ ਸਾਹਿਬ ਕਹਿੰਦੇ ਜੇ ਤੂੰ ਨਹੀਂ ਬੁੱਝਦਾ ਤਾਂ ਤੂੰ ਪਸ਼ੂ ਆ। ਪਰ ਗੁਰੂ ਸਾਹਿਬ ਨੇ ਅਗਲੀ ਲਾਈਨ 'ਚ ਦੱਸਿਆ, ਨਾਨਕ ਗੁਰਮੁਖ ਬੂਝੀਏ ਜਾਂ ਕੇ ਭਾਗ ਮਥੋਰ, ਜਿਹਦੇ ਮੱਥੇ 'ਤੇ, ਕਿਉਂਕਿ ਉਹ ਮੱਥਾ ਘਸਾਉਣ ਲੱਗ ਗਿਆ ਨਾ ਗੁਰੂ ਦੇ ਚਰਨਾਂ ਨਾਲ, ਮੱਥਾ ਕਾਲਾ ਨਹੀਂ ਰਹਿ ਗਿਆ, ਉਹਦਾ ਮੱਥਾ ਚਿੱਟਾ ਹੋ ਗਿਆ। ਮੱਥੇ ਚਿੱਟੇ ਦੇ ਉੱਤੇ ਗੁਰੂ ਸਾਹਿਬ ਨੇ ਲੇਖ ਲਿਖਤੇ ਸੰਜੋਗ ਦੇ। ਤੇ ਗੁਰੂ ਸਾਹਿਬ ਕਹਿੰਦੇ ਗੁਰਮੁਖ ਨੇ ਜੇ ਬੁੱਝਿਆ ਨਾ ਉਹਨੂੰ ਪ੍ਰਾਪਤ ਹੋਣਾ, ਉਹ ਕਿਉਂਕਿ ਉਹਦੇ ਭਾਗਾਂ ਨਾਲ ਮਿਲਣਾ, ਭਾਗ ਮਿਲਾਵਣੇ ਆ। ਗੁਰ ਕਾ ਸ਼ਬਦ ਕੋ ਵਿਰਲਾ ਬੁੱਝੇ, ਗੁਰੂ ਸਾਹਿਬ ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਗੁਰੂ ਦੇ ਸ਼ਬਦ ਨੂੰ ਬੁੱਝਦਾ। ਇਹ ਵਿਰਲਿਆਂ ਦੀ ਖੇਡ ਆ, ਇਹ ਗਿਣਤੀ ਦੀ ਨਹੀਂ। ਹੁਣ ਵਿਰਲਾ ਗੁਰੂ ਸਾਹਿਬ ਕਹਿੰਦੇ ਵੀ ਬੁੱਝ ਤੇਰਾ ਜੀਵਨ ਕਾਹਤੋਂ ਤੂੰ ਆਇਆ ਜੀਵਨ ਇੱਥੇ ਧਰਤੀ 'ਤੇ। ਆਪ ਮਾਰੇ ਤਾਂ ਤ੍ਰਿਭਵਨ ਸੂਝੇ, ਤੈਨੂੰ ਤਿੰਨਾਂ ਭਵਨਾਂ ਦੀ, ਲੋਕ ਪਤਾਲ ਸਾਰੇ, ਨਰਕ ਸਵਰਗ ਦੀ ਸਾਰੀ ਸੋਝੀ ਹੋ ਜਾਏਗੀ ਜੇ ਤੂੰ ਆਪਦੇ ਆਪੇ ਨੂੰ ਮਾਰੇਂਗਾ। ਆਪਾ ਭਾਵ ਜਿਹੜਾ ਹੈ ਨਾ, ਇਹ ਕਬੀਰ ਜੀ ਤੋਂ ਆਪਾਂ ਸਿੱਖਣਾ। ਭਗਤ ਕਬੀਰ ਜੀ ਨੇ ਜਿੱਦਾਂ ਦੱਸਿਆ ਨਾ ਵੀ ਤੂੰ ਕਰਨਾ ਪੈਣਾ, ਇਹ ਦਿਨ ਰਾਤ ਸ਼ਬਦ ਦੀ ਕਮਾਈ ਕਰਨੀ ਪੈਣੀ ਆ। ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾਵਣਿਆ, ਫਿਰ ਉਹਨੇ ਮਰਨਾ ਹੀ ਨਹੀਂ। ਇਹੀ ਸਿੱਖਿਆ ਗੁਰੂ ਸਾਹਿਬ ਦੀ ਵੀ ਜੀਵ ਤੂੰ ਮਰਨਾ ਨਹੀਂ ਗਾ। ਇਹ ਭੁਲੇਖਾ ਨਾ ਰੱਖੀ ਵੀ ਤੂੰ ਮਰ ਜਾਣਾ ਹੈ, ਮਰਨਾ ਨਹੀਂ ਗਾ। ਤੇਰੀ ਇਹ ਜਿਹੜੀ ਘਾੜਤ ਆ ਮਨ ਦੀ, ਇਹ ਦੁਬਾਰਾ ਫੇਰ ਬਣੀ ਜਾਣੀ, ਢਾਈ ਜਾਣੀ। ਜਿੰਨਾ ਚਿਰ ਤੱਕ ਮਨ ਨੂੰ ਆਪਣਾ ਸਰੂਪ ਨਹੀਂ ਪਛਾਣ ਹੁੰਦਾ ਪਿਛਲਾ, ਉਦੋਂ ਤੱਕ ਇਹ ਘਾੜਤ ਜਿਹੜੀ ਬਾਹਰਲੀ ਹੈ ਇਹ ਬਣੀ ਜਾਣੀ ਆ। ਇਹ ਜੀਵਨ ਪ੍ਰਾਪਤ ਹੋ ਹੀ ਜਾਣਾ ਵਾਰ-ਵਾਰ। ਪਰ ਗੁਰੂ ਸਾਹਿਬ ਕਹਿੰਦੇ ਬਹੁਤ ਚਿਰਾਂ ਬਾਅਦ ਤੈਨੂੰ ਇਹ ਜੀਵਨ ਮਿਲਿਆ ਹੈ। ਅਤੇ ਉਹ ਚਿਰਾਂ ਬਾਅਦ ਜੀਵਨ ਜਿਹੜਾ ਮਿਲਿਆ ਸਿੱਖਾਂ ਦੇ ਘਰ ਵਿੱਚ ਗੁਰੂ ਸਾਹਿਬ ਦੇ ਨੇੜੇ ਹੋ ਕੇ, ਅਤੇ ਗੁਰੂ ਸਾਹਿਬ ਦੀ ਸਿੱਖਿਆ ਫਿਰ ਸਾਧ ਸੰਗਤ ਮਿਲੀ ਆ। ਗੁਰੂ ਸਾਹਿਬ ਕਹਿੰਦੇ ਹੁਣ ਇਹ ਪ੍ਰਾਪਤ ਕਰ ਲਾ, ਇੰਨਾ ਨੇੜੇ ਆ ਕੇ ਨਾ ਹੁਣ ਤੂੰ ਵਿਸਰ ਜੀ। ਇਹਨੂੰ ਵਿਚਾਰ ਲਾ ਆਪਣੇ ਮਨ ਅੰਦਰ ਕਿ ਮੈਂ ਕੀ ਕਰਨਾ ਆ, ਅਤੇ ਮੈਂ ਕਰਨਾ ਹੈ ਕਿ ਨਹੀਂ ਕਰਨਾ। ਹੁਣ ਗੁਰੂ ਸਾਹਿਬ ਅਖੀਰ 'ਤੇ 2 ਪੰਕਤੀਆਂ ਜਿਹੜੀਆਂ ਲਾਸਟਲੀਆਂ, ਉਹਦੇ 'ਚ ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਤੂੰ ਇੱਥੇ ਆਇਆ ਨਾ, ਗੁਰੂ ਦੀ ਕਿਰਪਾ ਦੇ ਨਾਲ ਤੈਨੂੰ ਇਹ ਸੋਝੀ ਪਈ ਆ। ਗੁਰਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਜਦੋਂ ਦੁਆਰੇ ਆਣ ਕੇ ਮੱਥਾ ਟੇਕਿਆ, ਆਪਣੀ ਮੱਤ ਛੱਡੀ, ਮੱਥਾ ਟੇਕਣ ਦਾ ਮਤਲਬ। ਅਤੇ ਜਦੋਂ ਸੋਝੀ ਮੱਤ ਇੱਕ ਉਹ ਥਾਂ ਹੈ ਵੀ ਜਿੱਥੇ ਗੁਰੂ ਸਾਹਿਬ ਕਹਿੰਦੇ ਵੀ ਹੁਣ ਪਿਛਲਾ ਜਿਹੜਾ ਨਾ ਸਾਰਾ ਪੱਟ ਦੇ, ਅਤੇ ਮੱਤ ਵਿੱਚ ਹੀ ਪ੍ਰੇਮ ਆ, ਮੱਤ ਵਿੱਚ ਹੀ ਰੰਗ ਚੜ੍ਹਨਾ ਹੈ। ਉਹ ਮੱਤ ਦੇ ਜਦੋਂ ਹਿਰਦਾ ਮਿਲਣਗੇ ਸੁਰਤ ਉੱਤੇ ਉੱਠੂਗੀ, ਉਹ ਸੁਰਤ ਸ਼ਬਦ ਨਾਲ ਜੁੜੂਗੀ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਮੱਤ ਦੀ ਘਾੜਤ ਘੜਨੀ ਵੀ ਬਹੁਤ ਜ਼ਰੂਰੀ ਆ। ਮੱਤ ਵਿੱਚ ਰਤਨ ਜਵਾਹਰ ਮਾਣਕ, ਇਹ ਸੋਝੀ ਤੈਨੂੰ ਗੁਰੂ ਦੀ ਕਿਰਪਾ ਦੇ ਨਾਲ ਮਿਲੂਗੀ। ਅਤੇ ਫਿਰ ਕੀ ਹੋਊਗਾ? ਨਾਨਕ ਨਾਮ ਸਲਾਹ ਸਦਾ ਤੂੰ। ਗੁਰੂ ਸਾਹਿਬ ਕਹਿੰਦੇ ਇਹ ਮੱਤ ਲੈ ਵੀ ਸਦਾ ਨਾਮ ਨੂੰ ਜਪਦਾ ਰਹਿ, ਵਿਸਰੇ ਨਾ ਵਾਹਿਗੁਰੂ। ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਗੁਰੂ ਸਾਹਿਬ ਕਹਿੰਦੇ ਇਹ ਮੈਂ ਵਸਾ ਦੇਣਾ ਗੁਰਮੁਖਾਂ ਦੇ ਮਨ ਵਿੱਚ। ਗੁਰਮੁਖਾਂ ਦੇ ਮਨ ਵਿੱਚ ਇੱਕ ਕਿਰਪਾ ਹੋਣੀ ਆ। ਆਪਾਂ ਗੁਰੂ ਵਾਲੇ ਬਣੀਏ ਅਤੇ ਗੁਰੂ ਵੱਲ ਮੁੱਖ ਹੋਊਗਾ, ਸਨਮੁਖ ਹੋਈਏ ਅਤੇ ਜੀਵਨ ਦਾ ਆਪਣਾ ਜਿਹੜਾ ਇਹ ਟਾਰਗੇਟ ਇਹ ਪੂਰਾ ਹੋਊਗਾ। ਇਹ ਜੇ ਨਾ ਪੂਰਾ ਹੋਇਆ ਫਿਰ ਘੇਰੇ ਮੁੱਕਣਾ ਨਹੀਂ। ਇਹ ਜਿਹੜਾ ਘੇਰਾ ਹੈ ਨਾ, ਇਹ ਇੱਦਾਂ ਹੀ ਚੱਲੀ ਜਾਣਾ ਵਾ। ਹੁਣ ਗੁਰੂ ਸਾਹਿਬ ਕਹਿੰਦੇ ਇੱਕ ਇਹ ਵੀ ਹੈ ਨਾ ਕਿ ਫਰੀਦਾ ਕੋ ਕਹਿੰਦਿਆਂ ਚੁਗਿੰਦਿਆਂ ਮੱਤੀ ਦਿੰਦਿਆਂ ਨਿੱਤ, ਜੋ ਸ਼ੈਤਾਨ ਵੰਜਾਇਆ ਸੇਕਿਤ ਫੇਰੇ ਚਿੱਤ। ਉਹ ਕਿੱਦਾਂ ਚਿੱਤ ਫਿਰਨਗੇ? ਗੁਰੂ ਸਾਹਿਬ ਕਹਿੰਦੇ ਇਹ ਵੀ ਹੈ ਨਾ, ਇਹ ਵੀ ਇੱਕ ਪੰਗਾ ਏ। ਹੁਣ ਇਹ ਪੰਗੇ ਨੂੰ ਖ਼ਤਮ ਕਿਵੇਂ ਕਰਨਾ, ਉਹ ਸੰਗਤ ਵਿੱਚ ਆ ਕੇ ਪਤਾ ਲੱਗਦਾ ਹੈ। ਗੁਰਦੁਆਰੇ ਗੁਰੂ ਦੇ ਦੁਆਰੇ ਹੋ ਕੇ ਪਤਾ ਲੱਗਦਾ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਸੋਝੀ ਲੈ ਲਈ, ਹੋਣੀ ਚਰਨੀ ਡਿੱਗ ਕੇ ਹੋਣੀ ਤਰਲਾ ਪਾਲਾ। ਇਹ ਜੀਵਨ ਦਾ ਜਿਹੜਾ ਟਾਰਗੇਟ ਹੈ ਪੂਰਾ ਕਰਾ ਲਾ, ਤੈਨੂੰ ਸੁੱਖ ਹੋ ਜਾਊਗਾ। ਤੇਰਾ 10ਵਾਂ ਦਰਵਾਜ਼ਾ ਖੁੱਲ੍ਹ ਜੂ, ਉੱਥੇ ਅਖੁੱਟ ਭੰਡਾਰਾ ਤੈਨੂੰ ਲੱਭ ਜੂ।
ਉਹੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਉਹ ਸਥਾਨ ਆ ਨੌ ਨਿਧਾਂ ਦਾ। ਇਹ ਗੁਰੂ ਸਾਹਿਬ ਦੇ ਅੱਗੇ ਆਪਾਂ ਹੱਥ ਜੋੜੀਏ, ਸਾਰੇ ਅਰਦਾਸ ਕਰੋ ਇੱਕ ਦੂਜੇ ਦੀ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਛਕਣ, ਅਤੇ ਜਿਨ੍ਹਾਂ ਨੇ ਛਕ ਲਿਆ ਉਹ ਦੂਜਿਆਂ ਦੀ ਅਰਦਾਸ ਕਰਨ। ਨਿਮਿਤ ਕਰਮ ਵੀ ਆਪਣਾ ਇਸੇ ਤਰ੍ਹਾਂ ਹੋ ਜਾਂਦਾ ਪੂਰਾ ਜਦੋਂ ਆਪਾਂ ਦੂਸਰੇ ਦੀ ਅਰਦਾਸ ਕਰਦੇ ਹਾਂ। ਗੁਰੂ ਸਾਹਿਬ ਤਾਂ ਹੋਰ ਖੁਸ਼ ਹੁੰਦੇ ਆ ਕਿ ਇਹਨੇ ਆਪ ਦਾਤ ਲੈ ਲਈ, ਹੁਣ ਇਹ ਦੂਸਰਿਆਂ ਦੀ ਦਾਤ ਵਾਸਤੇ ਬੇਨਤੀਆਂ ਕਰ ਰਿਹਾ। ਉਹ ਮਹਾਰਾਜ ਹੋਰ ਉਹਨੂੰ ਰੰਗ ਲਾਈ ਜਾਂਦੇ ਅੰਦਰ, ਉਹਦੀ ਮੱਤ ਹੋਰ ਸਾਫ਼ ਹੋਈ ਜਾਂਦੀ ਆ ਜਦੋਂ ਆਪਾਂ ਦੂਸਰੇ ਦੇ ਵਾਸਤੇ ਵੀ ਬੇਨਤੀਆਂ ਕਰਦੇ ਆ। ਇਹ ਗੁਰੂ ਸਾਹਿਬ ਅੱਗੇ ਬੇਨਤੀਆਂ ਕਰੀਏ, ਮਹਾਰਾਜ ਤੁਸੀਂ ਅੰਮ੍ਰਿਤ ਸੰਚਾਰ ਬਖਸ਼ੋ ਅਤੇ ਅੰਮ੍ਰਿਤ ਦੀਆਂ ਦਾਤਾਂ ਦਿਓ, ਅਤੇ ਸੇਵਾਦਾਰਾਂ ਤੋਂ ਸੇਵਾ ਲਓ, ਅਤੇ ਆਪਣਾ ਪਿਆਰ ਹੋਰ ਸਾਨੂੰ ਬਖਸ਼ੋ, ਹੋਰ ਕਿਰਪਾ ਕਰੋ, ਹੋਰ ਤਿਆਰ ਬਰ ਤਿਆਰ ਰਖਾਓ। ਕਿਰਪਾ ਕਰੋ ਵਾਹਿਗੁਰੂ, ਮਿਹਰ ਕਰਨਾ, ਭੁੱਲ ਚੁੱਕ ਦੀ ਖਿਮਾ ਬਖਸ਼ਿਓ। ਸਾਧ ਸੰਗਤ ਜੀ, ਕੋਈ ਵੱਖਰ ਵਾਧਾ ਘਾਟਾ ਕਹਿ ਹੋ ਗਿਆ ਹੋਵੇ ਮਾਫ਼ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।